ਕੁਲਵੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਹਰ ਸ਼ੁੱਕਰਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਜੋ ਭਗਤ ਸਾਹਿਬਾਨ ਦੀ ਬਾਣੀ ਹੈ, ਉਹਨਾਂ 'ਚ ਜਿਹੜੇ ਸ਼ਬਦਾਂ ਨੂੰ ਥੋੜਾ ਜਿਹਾ ਸਮਝਣ ਲਈ ਜ਼ਿਆਦਾ ਟਾਈਮ ਲੱਗਦਾ ਹੈ ਜਾਂ ਜਿਹਨਾਂ 'ਚ ਕੋਈ ਐਸੀ ਸ਼ਬਦਾਵਲੀ ਹੈ ਜਿਹਨੂੰ ਜ਼ਿਆਦਾ ਖੋਲ ਕੇ ਦੱਸਣ ਦੀ ਲੋੜ ਹੈ, ਉਹ ਸ਼ਬਦ ਚੁਣੇ ਜਾਂਦੇ ਨੇ। ਔਰ ਹਰ ਸ਼ੁੱਕਰਵਾਰ ਇੱਕ ਸ਼ਬਦ ਜਿਹੜਾ ਉਹ ਆਪਾਂ ਵਿਚਾਰ ਕਰਦੇ ਹਾਂ। ਸੰਗਤ ਜੀ, ਜਿਹੜਾ ਅੱਜ ਦਾ ਸ਼ਬਦ ਹੈ ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਤੇ ਮੈਂ ਬੇਨਤੀ ਕਰਾਂਗਾ ਕਿ ਅੱਜ ਦਾ ਸ਼ਬਦ ਜਿਹੜਾ ਇਹਦੇ ਤੇ ਬਹੁਤ ਜ਼ਿਆਦਾ ਸਾਨੂੰ ਕਨਸੈਂਟਰੇਟ ਕਰਨ ਦੀ ਲੋੜ ਹੈ। ਇਹਦੇ 'ਚ ਮਾਇਆ ਦੇ 3 ਗੁਣਾਂ ਦੀ ਭਾਵੇਂ ਗੱਲ ਹੈ, ਪਰੰਤੂ ਜਿਹੜੀਆਂ ਨਾਲ ਉਦਾਹਰਣਾਂ ਵਰਤੀਆਂ, ਐਗਜ਼ਾਮਪਲਸ ਦਿੱਤੀਆਂ ਨੇ, ਉਹਨਾਂ ਨੂੰ ਕਿਸ ਪ੍ਰੀਟੈਕਸਟ ਵਿੱਚ ਐਗਜ਼ਾਮਪਲਸ ਹੈਗੀਆਂ ਨੇ ਉਹ ਸਾਨੂੰ ਸਾਹ ਕੁਲਵੰਤ ਸਿੰਘ ਜੀ ਦੱਸਣਗੇ। ਤੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਆਪਣਾ ਜਿਹੜੀਆਂ ਵਿੱਚ ਬਹੁਤ ਸਾਰੀਆਂ ਆਉਣਗੀਆਂ ਡਿਫਰੈਂਟ ਐਗਜ਼ਾਮਪਲਸ ਜਿਨ੍ਹਾਂ ਦੇ ਨਾਮ ਲਏ ਨੇ, ਤੇ ਉਹਨਾਂ ਨੂੰ ਕਿਸ ਪੱਖ ਕਰਕੇ ਲਏ ਨੇ ਜਾਂ ਉਹਦੇ ਤੋਂ ਭਾਵ ਅਰਥ ਕੀ ਹੈ। ਸੋ ਭਾਵ ਅਰਥ ਬੜੇ ਡੂੰਘੇ ਹੋਣੇ ਤੇ ਉਹ ਸਾਨੂੰ ਸਾਹ ਕੁਲਵੰਤ ਸਿੰਘ ਸਮਝਾਉਣਗੇ। ਆਪਾਂ ਸਾਰਿਆਂ ਨੇ ਇਹ ਸ਼ਬਦ ਬੜੇ ਪਿਆਰ ਨਾਲ ਸਰਵਣ ਕਰਨਾ। ਬੇਨਤੀ ਕਰ ਰਿਹਾ ਸਾਹ ਕੁਲਵੰਤ ਸਿੰਘ ਜੀ ਜੰਮੂ ਤੋਂ ਕਿ ਉਹ ਕਿਰਪਾ ਕਰਕੇ ਸ਼ਬਦ ਦੀ ਵਿਆਖਿਆ ਜਿਹੜੀ ਉਹ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਹ ਕੁਲਵੰਤ ਸਿੰਘ ਜੀ ਅਨਮਿਊਟ ਕਰ ਲਓ ਜੀ। ਕੁਲਵੰਤ ਸਿੰਘ ਜੀ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਟੋਡੇ ਭਗਤ ਨਾਮਦੇਵ ਜੀ। ਤੀਨ ਛੰਦੇ ਖੇਲ ਆਛੈ ਰਹਾਉ। ਤੀਨ ਛੰਦੇ ਖੇਲ ਆਛੈ ਰਹਾਉ। ਕੁੰਭਾਰ ਕੇ ਕਰ ਹਾਂਡੀ ਆਛੈ। ਰਾਜਾ ਕੇ ਕਰ ਸਾਂਢੀ ਗੋ। ਬਾਹਮਣ ਕੇ ਕਰ ਰਾਂਡੀ ਆਛੈ। ਰਾਂਡੇ ਸਾਂਢੀ ਹਾਂਡੀ ਗੋ। ਬਾਣੀਏ ਕੇ ਘਰ ਹਿੰਗ ਆਛੈ। ਪੈਸਰ ਮਾਥੈ ਸਿੰਘ ਗੋ। ਦੇਵਲ ਮੱਧੇ ਲਿੰਗ ਆਛੈ। ਲਿੰਗ ਸਿੰਘ ਹਿੰਗ ਗੋ। ਤੇਲੀ ਕੇ ਕਰ ਤੇਲ ਆਛੈ। ਜੰਗਲ ਮੱਧੈ ਬੇਲ ਗੋ। ਮਾਲੀ ਕੇ ਕਰ ਤੇਲ ਆਛੈ। ਕੇਲ ਬੇਲ ਤੇਲ ਗੋ। ਸੰਤਾਂ ਮੱਧੇ ਗੋਬਿੰਦ ਆਛੈ। ਗੋਕੁਲ ਮੱਧੇ ਸ਼ਾਮ ਗੋ। ਨਾਮੇ ਮੱਧੇ ਰਾਮ ਆਛੈ। ਰਾਮ ਸ਼ਾਮ ਗੋਬਿੰਦ ਗੋ। ਨਾਮੇ ਮੱਧੇ ਰਾਮ ਆਛੈ। ਰਾਮ ਸ਼ਾਮ ਗੋਬਿੰਦ ਗੋ। ਪਰਮ ਸਨਮਾਨਯੋਗ ਗੁਰਮਤਿ ਕਲਾਸ ਸਿੱਖ ਮਿਸ਼ਨਰੀ ਕਾਲਜ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਆਪ ਵਡਭਾਗੀ ਹੋ ਜੋ ਆਪਣੇ ਜੀਵਨ ਦੇ ਕੁਝ ਸਮੇਂ ਰੁਝੇਵਿਆਂ ਵਿੱਚੋਂ ਬਾਹਰ ਨਿਕਲ ਕੇ ਸਤਿਗੁਰਾਂ ਦੀ ਇਲਾਹੀ ਬਾਣੀ, ਇਹ ਬਾਣੀ ਮਹਾਂਪੁਰਖ ਕੀ, ਜਿਸ ਨੂੰ ਪੜ੍ਹਿਆ ਨਿਜ ਕਰ ਵਾਸਾ ਹੋਏ, ਮਨੁੱਖ ਨੂੰ ਆਪਣੇ ਜੀਵਨ ਦੀ ਅਸਲੀਅਤ, ਮਨੁੱਖ ਨੂੰ ਆਪਣੇ ਜੀਵਨ ਦਾ ਅਸਲ ਮਨੋਰਥ ਸਮਝ ਵਿੱਚ ਆਉਂਦਾ ਹੈ। ਐਸੀ ਇਲਾਹੀ ਬਾਣੀ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦੇ ਪਾਠ ਅਤੇ ਸ਼ਬਦ ਵਿਚਾਰ ਸਰਵਣ ਕਰਨ ਲਈ ਜੀਵਨ ਅਕਾਲ ਪੁਰਖ ਵਾਹਿਗੁਰੂ ਨੇ ਕੋਈ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦਾ ਇਹ ਸ਼ਬਦ ਜਿਸ ਦੀ ਵਿਚਾਰ ਅਸੀਂ ਤੁਸੀਂ ਸਾਂਝੀ ਕਰਾਂਗੇ, ਇਹ ਟੋਡੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 718 ਤੇ ਸੁਭਾਇਮਾਨ ਹੈ। ਭਗਤ ਨਾਮਦੇਵ ਜੀ ਜੋ 15 ਭਗਤਾਂ ਵਿੱਚੋਂ ਇੱਕ ਭਗਤ ਨੇ,
ਜਿਨ੍ਹਾਂ ਦੀ ਬਾਣੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ, ਜਿਹਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ, ਜਿਸ ਦਾ ਕੇਂਦਰੀ ਭਾਵ ਰਾਹੋਂ ਦੇ ਬੰਦ ਵਿੱਚ ਭਗਤ ਨਾਮਦੇਵ ਜੀ ਨੇ ਵਰਣਨ ਕੀਤਾ ਹੈ। ਤੀਨ ਛੰਦੇ ਖੇਲ ਆਛੈ। ਤੀਨ ਦਾ ਅਰਥ ਹੈ ਤਿੰਨ, ਗਿਣਤੀ ਦਾ ਤਿੰਨ। ਛੰਦੇ ਭਾਵ ਛੰਦ ਦਾ, ਹਿੱਸੇ ਦਾ, ਭਾਗ ਦਾ। ਖੇਲ ਇੱਕ ਵਚਨ ਪੁਲਿੰਗ ਹੈ ਕਿ ਇਹ ਦੁਨੀਆ ਇੱਕ ਖੇਲ ਹੈ। ਆਛੈ ਦਾ ਅਰਥ ਹੈ ਆਇਆ ਹੈ। ਤੋ ਇਹਨਾਂ ਸ਼ਬਦਾਂ ਦੇ ਅੰਦਰ ਭਗਤ ਨਾਮਦੇਵ ਜੀ ਨੇ ਇਸ ਸੰਸਾਰ ਨੂੰ ਤਿੰਨਾਂ ਗੁਣਾਂ ਦੇ ਪ੍ਰਭਾਵ ਵਾਲਾ ਇੱਕ ਰੱਬੀ ਖੇਲ, ਇੱਕ ਰੱਬੀ ਤਮਾਸ਼ਾ, ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸਰ ਇੱਕ ਅਸਰ ਮਾਨੈ, ਅਚਰਜ ਰੱਖਿਓ ਨਾ ਜਾਈ। ਇਹ ਸੰਸਾਰ ਉਸ ਪਰਮਾਤਮਾ ਦੀ ਅਜੀਬ ਖੇਡ ਹੈ। ਇਸ ਵਿੱਚ ਜੀਵ ਨੂੰ ਪੈਦਾ ਕੀਤਾ ਹੈ, ਪਾਲਦਾ ਹੈ ਅਤੇ ਫਿਰ ਸੰਸਾਰ ਨੂੰ ਸਮੇਟ ਲੈਂਦਾ ਹੈ। ਇਹ ਆਵਣ ਜਾਵਣ ਦਾ ਇੱਕ ਖੇਲ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਿਰਜਣਾ ਕੀਤੀ ਹੋਈ ਹੈ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਇਨੀ ਮਾਇਆ। ਪਰ ਇਸ ਮਾਇਆ ਦੇ ਸੰਸਾਰ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਭਨਾਂ ਦੇ ਮੱਧ ਵਿੱਚ, ਸਭਨਾਂ ਦੇ ਵਿਚਕਾਰ ਉਹ ਆਪ ਵੀ ਸੁਭਾਇਮਾਨ ਹੈ। ਜਾਂ ਇੰਜ ਕਹਿ ਲਈਏ ਕਿ ਉਹ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਆਪਣੇ ਰਚੇ ਹੋਏ ਸੰਸਾਰ ਵਿੱਚ ਆਪ ਵੀ ਵਿਦਮਾਨ ਹੈ, ਆਪ ਵੀ ਵਿਰਾਜਮਾਨ ਹੈ। ਤੋ ਭਗਤ ਨਾਮਦੇਵ ਜੀ ਨੇ ਇਸ ਸੰਸਾਰ ਰਚਨਾ ਦੇ ਤਮਾਸ਼ੇ ਨੂੰ ਅੱਜ ਦੇ ਇਸ ਛੰਦ ਵਿੱਚ, ਇਸ ਇੱਕ ਖਾਸ ਕਿਸਮ ਦੇ ਛੰਦ ਵਿੱਚ, ਜਿਸ ਨੂੰ ਭਗਤ ਨਾਮਦੇਵ ਜੀ ਨੇ ਇਸ ਸੰਸਾਰ ਦਾ ਨਕਸ਼ਾ ਖਿੱਚਿਆ, ਉਸ ਦਾ ਵਰਣਨ ਕੀਤਾ। ਤੀਨ ਛੰਦੇ ਖੇਲ ਆਛੈ, ਕਿ ਇਹ ਜਗਤ ਦਾ, ਇਹ ਸੰਸਾਰ ਦਾ ਤਮਾਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਰਚਨਾ ਕੀਤੀ ਹੈ, ਇਹ ਤਿੰਨਾਂ ਗੁਣਾਂ ਦੇ ਵਿੱਚ ਫਸਿਆ ਹੋਇਆ ਹੈ। ਤਿੰਨ ਗੁਣ ਕਿਹੜੇ ਨੇ? ਰਜੋ ਗੁਣ, ਤਮੋ ਗੁਣ, ਸਤੋ ਗੁਣ, ਜੋ ਵਿਦਵਾਨਾਂ ਨੇ ਵਰਣਨ ਕੀਤੇ ਹਨ। ਤੋ ਇਸ ਛੰਦ ਦੀ ਬਾਰੇ ਥੋੜੀ ਜਿਹੀ ਜਾਣਕਾਰੀ ਹੋਰ ਸਮਝ ਲਈਏ। ਵੇਦਾਂ ਵਿੱਚ ਇੱਕ ਗ੍ਰੰਥ ਹੈ ਜਿਸ ਨੂੰ ਪਿੰਗਲ ਸ਼ਾਸਤਰ ਵੀ ਆਖਦੇ ਹਨ, ਉਹਨੂੰ ਛੰਦ ਸ਼ਾਸਤਰ ਵੀ ਕਹਿੰਦੇ ਨੇ। ਛੰਦ ਦਾ ਅਰਥ ਹੁੰਦਾ ਹੈ ਕਿ ਕਾਵ ਰੂਪ ਵਿੱਚ ਕੋਈ ਖਾਸ ਕਿਸਮ ਦੀ ਬਣਤਰ, ਛੰਦਾਬੰਦੀ। ਜਦੋਂ ਕਵੀ ਰਚਨਾ ਰਚਦੇ ਨੇ ਤਾਂ ਆਪਣੀ ਉਸ ਛੰਦ ਨੂੰ, ਆਪਣੀ ਉਸ ਕਾਵ ਬਾਣੀ ਨੂੰ ਕਿਸੇ ਖਾਸ ਪੈਟਰਨ ਵਿੱਚ, ਕਿਸੇ ਅਲੱਗ-ਅਲੱਗ ਰੂਪਾਂ ਵਿੱਚ ਜਦੋਂ ਲਿਖਦੇ ਨੇ, ਉਸ ਨੂੰ ਅਸੀਂ ਆਖਦੇ ਹਾਂ ਇਹ ਫਲਾਣਾ ਕਿਸਮ ਦਾ ਛੰਦ ਹੈ। ਗੁਰਬਾਣੀ ਦੇ ਅੰਦਰ ਪੌੜੀ ਵੀ ਇੱਕ ਛੰਦ ਹੈ, ਉਹਦੀ ਰਚਨਾ ਉਹਨਾਂ ਨਿਯਮਾਂ ਅਨੁਸਾਰ ਕੀਤੀ ਜਾਂਦੀ ਹੈ। ਜਿਵੇਂ ਚੌਪਈ, ਦੋਹਰਾ, ਸ਼ਲੋਕ, ਇਹ ਛੰਦਾਂ ਦੇ ਨਾਮ ਨੇ। ਇਸ ਤਰ੍ਹਾਂ ਜਾਪ ਸਾਹਿਬ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਵੀ ਅਨੇਕਾਂ ਕਿਸਮ ਦੇ ਛੰਦ ਨੇ। ਚਾਤਰੀ ਛੰਦ, ਭੁਜੰਗ ਪ੍ਰਿਆਤ ਛੰਦ, ਏਕ ਅਛਰੀ ਛੰਦ। ਇਹਨਾਂ ਸਾਰਿਆਂ ਛੰਦਾਂ ਦੀ ਇੱਕ ਕਿਸਮ ਹੈ, ਛੰਦਾਬੰਦੀ ਹੈ, ਤਰੀਕਾਕਾਰ ਹੈ ਕਿ ਇਸ ਛੰਦ ਵਿੱਚ ਇਹ ਜੋ ਬਾਣੀ ਰਚੀ ਹੈ ਸਤਿਗੁਰੂ ਜੀ ਨੇ, ਇਸ ਦਾ ਕੀ ਸਰੂਪ ਹੈ। ਤੋ ਇੱਥੇ ਤੀਨ ਛੰਦੇ ਦਾ ਖੇਲ ਸੰਸਾਰ ਨੂੰ ਵਰਣਨ ਕਰਕੇ ਭਗਤ ਨਾਮਦੇਵ ਜੀ ਨੇ ਇਸ ਸੰਸਾਰ ਦੇ ਰਚਨਾ ਬਾਰੇ ਆਪਣਾ ਜੋ ਗੁਰਮਤਿ ਦਾ ਸੰਦੇਸ਼ ਹੈ ਉਹ ਸਾਨੂੰ ਬਖਸ਼ਿਸ਼ ਕੀਤਾ ਹੈ। ਇਹ ਤਿੰਨ ਸ਼ਬਦ ਵੀ ਇੱਕ ਆਪਣੇ ਆਪ ਵਿੱਚ ਇੱਕ ਮਹਾਨਤਾ ਰੱਖਦਾ ਹੈ ਕਿ ਇਸ ਸੰਸਾਰ ਨੂੰ ਤਿੰਨਾਂ ਗੁਣਾਂ ਦਾ ਸ਼ਿਕਾਰ ਜਿੱਥੇ ਕਿਹਾ, ਤਿੰਨਾਂ ਗੁਣਾਂ ਦੇ ਵਿੱਚ ਇਸ ਸੰਸਾਰ ਨੂੰ ਲਿਪਤ ਹੋਇਆ ਦੱਸਿਆ। ਤੇ ਤਿੰਨ ਸ਼ਬਦ ਗੁਰਬਾਣੀ ਵਿੱਚ ਬਹੁਤ ਜਗ੍ਹਾ ਤੇ ਵਰਤਿਆ ਗਿਆ। ਅੰਮ੍ਰਿਤ ਨਾਮ ਦੀ ਵਿਚਾਰ। ਤੋ ਅਕਾਲ ਪੁਰਖ ਵਾਹਿਗੁਰੂ ਨੇ ਇਸ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਤਿੰਨਾਂ ਵਸਤੂਆਂ ਦਾ ਜ਼ਿਕਰ ਕੀਤਾ ਹੈ। ਇਵੇਂ ਹੀ ਗੁਰਬਾਣੀ ਦੇ ਅੰਦਰ ਤਿੰਨ ਤਾਪਾਂ ਦਾ ਜ਼ਿਕਰ ਵੀ ਆਉਂਦਾ ਹੈ। ਆਦਿ, ਵਿਆਧੀ, ਉਪਾਧੀ, ਮਾਨਸਿਕ ਰੋਗ, ਸਰੀਰਕ ਰੋਗ, ਕੁਦਰਤੀ ਰੋਗ। ਅਤੇ ਇਵੇਂ ਹੀ ਤਿੰਨ ਅਗਨੀਆਂ ਦਾ ਜ਼ਿਕਰ ਵੀ ਹੈ, ਜਿਸ ਵਿੱਚ ਬੜਬਾ ਅਗਨੀ, ਜਿਹੜੀ ਪਾਣੀ ਦੇ ਤੂਫਾਨ ਦੇ ਨਾਲ ਆਉਂਦੀ ਹੈ। ਤਿੰਨ ਦੇਵਤੇ ਨੇ, ਹਵਾ, ਅਗਨੀ ਤੇ ਸੂਰਜ। ਤੇ ਤਿੰਨ ਨਾਦ ਨੇ, ਮਨੁੱਖ ਦੀ ਆਵਾਜ਼, ਜਾਨਵਰ ਦੀ ਆਵਾਜ਼ ਅਤੇ
ਜ਼ਬਾਨ ਚੀਜ਼ਾਂ ਦੀ, ਬੇਜ਼ਬਾਨ ਚੀਜ਼ਾਂ ਰਾਹੀਂ ਜੋ ਮਨੁੱਖ ਆਵਾਜ਼ ਕੱਢਦਾ ਹੈ, ਜਿਹਦੇ ਵਿੱਚ ਤੂੰਬਾ ਜਾਂ ਸਾਰੰਗੀ ਆਦਿਕ ਨੇ, ਜਿਹੜੀਆਂ ਤੰਤੀ ਸਾਜ਼ਾਂ ਦੀਆਂ ਨੇ, ਤੇ ਉਹਨਾਂ ਵਿੱਚੋਂ ਜੋ ਆਵਾਜ਼ ਨਿਕਲਦੀ ਹੈ ਉਹਨੂੰ ਅਸੀਂ ਉਹ ਵੀ ਇੱਕ ਨਾਦ ਹੈ। ਇਸ ਤਰ੍ਹਾਂ ਇਸ ਸ਼ਬਦ ਦੇ ਅੰਦਰ ਭਗਤ ਨਾਮਦੇਵ ਜੀ ਨੇ तीन छंदे का जिक्र किया है। तीन छंदे का भाव एक ऐसा छंद है जिस विच किसी तीन शब्दों वर्णन करके उन्हों का सुमेल करके उस छंद की रचना होंदी है। जिवें इस छंद के अंदर, इस शब्द के अंदर भगत नामदेव जी ने जिक्र किया है, कुम्हार के कर हांडी आछै, राजा के कर सांडी गो, बामन के कर रांडी आछै, रांडी सांडी हांडी गो। ये तीन लफ्ज इकट्ठे वरते ने एक छंद के अंदर। पहला उन्होंने अलग अलग वरत्या, रांडी फिर सांडी फिर हांडी। इस तरह अगे लिंग सिंह ते हींग शब्द वरत्या, फिर केल बेल ते तेल वरत के आखिर विच गोबिंद अते श्याम ते राम वरत के भगत नामदेव जी ने गुरमत का जो कीमती संदेश है जिहड़ा साडी झोली विच इस शब्द राही पाया गया, उसका वर्णन करके इस संसार का जिक्र किया कि यह संसार भी एक तीन छंदे खेल की तरह, जिवें इस छंद की अपनी बनतर है, इवें इस संसार रूपी छंद की भी अपनी ही बनतर है। इस विच उस परमात्मा ने इसनूं भी तिन्ना रूपों में वंडिया हुआ है। वैसे तो इंसान के अंदर बहुत सारा तरह दी बनतर ने, अलग अलग देशों में, अलग अलग कालों में, अलग अलग इलाकों में मनुख वक्री वक्री तरह के मनुख बोली पहरावे वरतों वर्ताव आदि वक्रे वक्रे मनुख पैदा हुए हैं। पर जे मुख्य रूप तौर पर उन्होंने सारिया गुणा या अवगुणा वर्णन करना होवे तो वह तिना गुणा विच ही आ जाते हैं। तो भगत नामदेव जी ने इस शब्द राही जो सानू इस संसार की रचना का उल्लेख किया उस समझण का असीं जदों यत्न करांगे तो सानू पता चलेगा कि ये संसार तीन त्रैगुणी माया का किस तरह प्रभावी है। जो असी रजोगुण की गल करते हाँ, ये है कि जो मनुख सिर्फ माया के इस जाल में फस के होर वध तो वध चीज़ों की पदार्थक वस्तुओं की प्राप्ति कर लैंदा है अते होर होर लोचदा रहिंदा है, उसके अंदर ये तृष्णा की अग होर बलदी है अते वो अपने इस माया के प्रभाव में आके अपनी होंद का, अपनी ताकत का, अपने धन पदार्थों का, अपने मैल माड़ियां का, अपने सुख आराम का हंकारी भी हो जाता है। तो इसनूं जदों वर्णन किया इनू संसार के अंदर रजोगुणी मनुख कहा जाता है। तमोगुणी है जदों इंसान बोलण के समर्थ नहीं हुंदा, भी दबिया अपने आप को हीन भावना समझा होया अज्ञानता विच हनेरे विच भटकदा होया दिखाई देंदा है कि वो कुछ भी नहीं कर पाता, बस अपने आप को एक निमाणा जिहा ते बिल्कुल अल्पग जीव करके वो भी एक औगण है मनुख के अंदर कि ये तमोगुणी का शिकार जिथे हनेरे विच जिवें मनुख भटकदा है, इस संसार विच भी ये मनुख इसे हनेरे की तरह भटकिया फिरदा है। उसनूं कहंदे ने ये मनुख तमोगुणी हो गया, इसनूं दुनियादारी का, इसनूं संसार का कोई रस नहीं है। इवें ही एक सतोगुणी है जिहड़ा इन्हां दोनों गुणों तो वखरा है, ना वो माया की दौड़ विच अगे वध के हंकारी हुंदा है अते ना ही वो बहुत हीन भावना जाके बिल्कुल अल्पग जिहा बिल्कुल अज्ञानी जिहा बन के संसार विच हनेरे विच भटकदा भी नहीं। उसनूं समझ ते आउंदी है कि जीवन मिलिआ इसका कुछ मनोरथ है कि वो धर्म के गुणां नूं, वो किसी सच के गुणां नूं अपनाउण दा यत्न करदा है। पाठ पूजा, देवी देवतियां की पूजा या किसी भी अपने इष्ट की पूजा करके ਉਹਦੇ अंदर सत संतोख आदि गुणां नूं धारण करदा है। वो दान पुण्य करदा है, वो सेवा करके खुश हुंदा है, वो अपने अंदर परमात्मा की बंदगी करके खुश हुंदा है। ਉਹਦੇ अंदर ये एक रस जिहा पैदा हुंदा है, मैं रब की बंदगी करदा। ये भावें इस नूं सतोगुणी कहंदे हन, ये अच्छी वृत्ति भी कही जाती है, पर इस अच्छी गुणा वाली वृत्ति विच भी एक नुक्स पाया जाता है कि मनुख जे मेरा सतोगुणी बन जाता है तो उस सतोगुणी विच भी किते सूक्ष्म तौर पर इहदे अंदर फिर हौमा पैदा हो जाती है। मैं अकाल पुरख वाहिगुरू की बंदगी करता हाँ, मैं अमृत वेले उठता हाँ, मैं दान पुण्य करता हाँ, मैं तीर्थां से जाता हाँ। इस तरह ये चंगे कर्म करदियां भी ये किसी ना किसी रूप एक हल्की जी हौमै अपने अंदर पैदा कर लै
ਤੇ ਇਹ ਧਰਮ ਦੇ ਕੰਮ ਕਰਦਿਆਂ ਵੀ ਫਿਰ ਇਸ ਸੰਸਾਰ ਦੇ ਅੰਦਰ ਹੀ ਮਾਇਆ ਜਾਲ ਵਿੱਚ, ਇਹ ਵੀ ਮਾਇਆ ਦਾ ਇੱਕ ਰੂਪ ਹੈ। ਇਹ ਧਰਮ ਕਰਮ ਕਰਦਿਆਂ ਵੀ ਇਹ ਆਪਣੇ ਆਪ ਵਿੱਚ ਉਸ ਵਿੱਚ ਹਉਮੈ ਦਾ ਸ਼ਿਕਾਰ ਹੋ ਜਾਂਦਾ ਹੈ। ਤੋ ਇਹ ਸਾਰੇ ਜਿਹੜੇ ਤਿੰਨ ਔਗਣ ਨੇ ਇਹ ਮਨੁੱਖ ਦੇ ਅੰਦਰ ਪਾਏ ਜਾਂਦੇ ਨੇ, ਪਰ ਸਤਿਗੁਰੂ ਜੀ ਨੇ ਇਹਨਾਂ ਦਾ ਉਲੇਖ ਕਰਕੇ ਸਾਡੇ ਜੀਵਨ ਦਾ ਮਨੋਰਥ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠਣਾ ਵਰਣਨ ਕੀਤਾ ਗੁਰਬਾਣੀ ਦੇ ਅੰਦਰ। ਸਤਿਗੁਰੂ ਜੀ ਨੇ ਜਦੋਂ ਇਸ ਸੰਸਾਰ ਦਾ ਜ਼ਿਕਰ ਕੀਤਾ ਉਹਦੇ ਅੰਦਰ ਬੜੇ ਸੁੰਦਰ ਬਚਨ ਕੀਤੇ ਨੇ। ਤੀਨ ਨਦੀ ਤਹ ਤ੍ਰਿਕੁਟੀ ਮਾਹੇ ਅਹਨਿਸ਼ ਕਸਮਲ ਹੋਵੈ ਨਾਹੀਂ। ਇਹ ਮਨੁੱਖ ਤਿੰਨਾਂ ਨਦੀਆਂ ਵਿੱਚ ਘਿਰਿਆ ਹੋਇਆ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਇਹ ਇਹਦੇ ਮਸਤਕ ਦੇ ਭਾਗ ਨੇ, ਇਸ ਦੇ ਕਰਮਾਂ ਦਾ ਲੇਖ ਹੈ। ਇਹਨਾਂ ਤਿੰਨਾਂ ਗੁਣਾਂ ਵਿੱਚ ਫਸਿਆ ਇਨਸਾਨ, ਇਹ ਸਾਰਾ ਸੰਸਾਰ ਇਸ ਤ੍ਰਿਕੁਟੀ ਵਿੱਚ ਫਸਿਆ ਹੋਇਆ। ਤੀਨ ਨਦੀ ਤਹ ਤ੍ਰਿਕੁਟੀ ਮਾਹੇ ਅਹਨਿਸ਼ ਕਸਮਲ ਧੋਵੈ ਨਾਹੀਂ। ਅਤੇ ਇਹਨਾਂ ਵਿੱਚ ਫਸਿਆ ਹੋਇਆ ਇਹ ਆਪਣੇ ਅੰਦਰ ਜੋ ਮੈਲ ਪੈਦਾ ਕਰ ਲੈਂਦਾ, ਭਾਵੇਂ ਉਹ ਰਜੋਗੁਣੀ ਵਿੱਚ ਹੈ, ਸਤੋਗੁਣੀ ਵਿੱਚ ਹੈ ਜਾਂ ਤਮੋਗੁਣੀ ਵਿੱਚ ਹੈ, ਇਸ ਦੇ ਅੰਦਰ ਜੋ ਹਉਮੈ ਹੰਕਾਰ ਪੈਦਾ ਹੁੰਦਾ ਹੈ, ਇਸ ਦੇ ਅੰਦਰ ਜੋ ਅਗਿਆਨਤਾ ਪੈਦਾ ਹੁੰਦੀ ਹੈ, ਇਸ ਦੇ ਅੰਦਰ ਜੋ ਸੂਖਸ਼ਮ ਤੌਰ ਤੇ ਅਨੁਭਵ ਆਪਣੀ ਮੈਂ ਦਾ, ਮੈਂ ਮੇਰੀ ਦਾ ਪੈਦਾ ਹੁੰਦਾ ਹੈ, ਇਹਨਾਂ ਵਿੱਚ ਫਸ ਕੇ ਇਹ ਆਪਣੇ ਮਨ ਦੀ ਮੈਲ ਨੂੰ ਧੋ ਨਹੀਂ ਪਾਉਂਦਾ। ਅਹਨਿਸ਼ ਕਸਮਲ ਧੋਵੈ ਨਾਹੀਂ, ਇਹ ਧੋਂਦਾ ਹੀ ਨਹੀਂ, ਆਪਣੀ ਮੈਲ ਧੋ ਹੀ ਨਹੀਂ ਸਕਦਾ, ਕਿਉਂਕਿ ਇਹ ਤਿੰਨਾਂ ਗੁਣਾਂ ਦੀ ਮਾਇਆ ਵਿੱਚ ਫਸਿਆ ਹੋਇਆ ਹੈ। ਫਿਰ ਸਤਿਗੁਰੂ ਜੀ ਇੱਕ ਹੋਰ ਜਗ੍ਹਾ ਇਸ ਦਾ ਜ਼ਿਕਰ ਕਰਦੇ ਨੇ। ਤੀਨ ਵਿਆਪੈ ਜਗਤ ਕਉ ਤੁਰਿਆ ਪਾਵੈ ਕੋਇ, ਕਿ ਸਾਰੇ ਸੰਸਾਰ ਨੂੰ ਇਹ ਤਿੰਨਾਂ ਗੁਣਾਂ ਦੀ ਮਾਇਆ ਵਿਆਪੀ ਲੱਗੀ ਹੋਈ। ਹਰ ਜੀਵ ਇਸ ਸੰਸਾਰ ਵਿੱਚ ਕੋਈ ਵਿਰਲਾ ਮਨੁੱਖ ਹੈ ਜਿਹੜਾ ਇਸ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਤੋਂ ਬਚਿਆ ਹੋਵੇ। ਪਰ ਜਦੋਂ ਵੇਖਦੇ ਹਾਂ ਤੀਨ ਵਿਆਪੈ ਜਗਤ ਕਉ, ਸਾਰੇ ਸੰਸਾਰ ਨੂੰ ਇਹ ਤਿੰਨੇ ਗੁਣ, ਇਹ ਤਿੰਨੇ ਹੀ ਰੋਗ ਵਿਆਪਤ ਹਨ, ਫਸੇ ਹੋਏ ਹਨ। ਤੁਰਿਆ ਪਾਵੈ ਕੋਇ, ਇਸ ਤੋਂ ਉੱਪਰ ਜੋ ਚੌਥਾ ਪਦ ਹੈ, ਇਸ ਤੋਂ ਉੱਪਰ ਤਿੰਨਾਂ ਗੁਣਾਂ ਤੋਂ ਜੋ ਉੱਪਰਲਾ ਗੁਣ ਹੈ, ਜਿਸ ਵਿੱਚ ਸਹਿਜ ਹੈ, ਜਿਸ ਵਿੱਚ ਟਿਕਾਊ ਹੈ, ਜਿਸ ਵਿੱਚ ਉਸਤ ਨਿੰਦਾ ਨਹੀਂ ਹੈ, ਜਿਸ ਵਿੱਚ ਹਰਖ ਸੋਗ ਨਹੀਂ ਹੈ, ਜਿਸ ਵਿੱਚ ਸਦਾ ਚੜ੍ਹਦੀ ਕਲਾ ਹੈ, ਉਸ ਨੂੰ ਤੁਰਿਆ ਪਦ ਕਰਕੇ ਵਰਣਨ ਕੀਤਾ ਹੈ। ਉਹ ਤੁਰਿਆ ਪਦ ਨੂੰ, ਉਸ ਅਵਸਥਾ ਨੂੰ, ਉਸ ਉੱਚੀ ਆਤਮਿਕ ਅਵਸਥਾ ਨੂੰ ਕੋਈ ਵਿਰਲਾ ਮਨੁੱਖ ਹੀ ਪ੍ਰਾਪਤ ਕਰਦਾ ਹੈ, ਨਹੀਂ ਤਾਂ ਸਾਰੇ ਸੰਸਾਰ ਦੇ ਲੋਕ ਇਹਨਾਂ ਤਿੰਨਾਂ ਗੁਣਾਂ ਵਿੱਚ ਫਸੇ ਹੋਏ ਹਨ। ਤੇ ਇੱਕ ਹੋਰ ਸ਼ਬਦ ਵਿੱਚ ਸਤਿਗੁਰੂ ਜੀ ਆਖਦੇ ਹਨ ਕਿ ਇਹ ਲਗੇ ਹੀ ਤਾਂ ਨੇ ਕਿ ਮਨੁੱਖ ਨੇ ਆਪਣੇ ਮਨ ਨੂੰ ਮਾਇਆ ਦੇ ਅਧੀਨ ਕਰ ਲਿਆ। ਜੇ ਮਨ ਇਸ ਦਾ ਪ੍ਰਮਾਤਮਾ ਦੇ ਅਧੀਨ ਹੋ ਜਾਏ, ਇਹ ਮਨ ਉਸ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਵਿੱਚ ਲੱਗ ਜਾਏ, ਤਾਂ ਤੇ ਇਹਨਾਂ ਤਿੰਨਾਂ ਗੁਣਾਂ ਦੀ ਮਾਇਆ ਤੋਂ ਬਚ ਸਕਦਾ ਹੈ, ਵਰਨਾ ਨਹੀਂ ਇਹ ਤਿੰਨਾਂ ਗੁਣਾਂ ਵਿੱਚ ਹੀ ਆਪਣੇ ਜੀਵਨ ਨੂੰ ਲਿਪਤ ਰੱਖਦਾ ਹੈ ਅਤੇ ਇਹ ਤਿੰਨੇ ਗੁਣ ਇਸ ਨੂੰ ਬੜੇ ਵਧੀਆ ਲੱਗਣ ਲੱਗ ਪੈਂਦੇ ਹਨ। ਸਤਿਗੁਰੂ ਜੀ ਆਖਦੇ ਹਨ, ਮਨ ਏਕੋ ਸਾਹਿਬ ਭਾਈ ਰੇ। ਇਹ ਭਾਈ, ਮਨ ਦਾ ਇੱਕੋ ਇੱਕ ਮਾਲਕ ਵਾਹਿਗੁਰੂ ਹੈ, ਪਰ ਮਨੁੱਖ ਉਸ ਵਾਹਿਗੁਰੂ ਤੋਂ ਟੁੱਟ ਕੇ ਆਪਣੇ ਮਨ ਦਾ ਮਾਲਕ ਮਾਇਆ ਨੂੰ ਬਣਾ ਲੈਂਦਾ ਹੈ। ਇਹ ਮਾਇਆ ਐਸੀ ਨਾਗਣੀ ਹੈ, ਇਹ ਮਾਇਆ ਦੇ ਜਿਹੜੇ ਤਿੰਨ ਗੁਣ ਨੇ ਇਹ ਐਸਾ ਪ੍ਰਭਾਵ ਪਾਉਂਦੇ ਨੇ, ਇਹ ਮਨੁੱਖ ਨੂੰ ਚੰਗੇ ਲੱਗਣ ਲੱਗ ਪੈਂਦੇ ਨੇ ਤੇ ਪ੍ਰਮਾਤਮਾ ਦਾ ਅੰਮ੍ਰਿਤ ਨਾਮ, ਅੰਮ੍ਰਿਤ ਕੌੜਾ, ਵਿਖਿਆ ਮਿੱਠੀ ਲੱਗਣ ਲੱਗ ਪੈਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਇਸ ਤਰ੍ਹਾਂ ਰਜਗੁਣ, ਤਮ ਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ ਹੈ ਵਾਹਿਗੁਰੂ। ਇਹ ਭਾਵੇਂ ਰਜੋਗੁਣੀ ਹੋਵੇ, ਤਮ ਗੁਣ ਹੋਵੇ ਜਾਂ ਸਤੋਗੁਣੀ ਹੋਵੇ, ਇਹ ਉਸ ਵਾਹਿਗੁਰੂ ਦੀ ਰਚੀ ਹੋਈ ਮਾਇਆ ਹੈ। ਪਰ ਇਸ ਤੋਂ ਉੱਪਰ ਉੱਠ ਕੇ ਜਿਹੜਾ ਗੁਰੂ ਬਚਨਾਂ ਦੀ ਕਮਾਈ ਕਰਕੇ ਆਪਣੇ ਜੀਵਨ ਦੇ ਅੰਦਰ ਚੌਥੇ ਪਦ ਕੋ ਜੋ ਨਰ ਚੀਂਦਾ ਹੈ, ਜਿਸ ਨੇ ਚੌਥੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ, ਭਾਵ ਇਸ ਹੰਕਾਰ ਤੋਂ ਬਚ ਕੇ ਰਜੋਗੁਣੀ ਤੋਂ ਵੀ ਉੱਪਰ ਉੱਠ ਗਿਆ, ਤਮੋਗੁਣੀ ਤੇ ਸਤੋਗੁਣੀ ਤੋਂ ਉੱਪਰ ਉੱਠ ਕੇ ਜਿਸ ਨੇ ਇਹ ਸਮਝ ਲਿਆ ਜੀਵਨ ਵਿੱਚ ਕਿ ਤਿੰਨ ਹੀ ਪਰਮ ਪਦ ਪਾਇਆ, ਉਸਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ। ਤੋ ਅੱਜ ਦੇ ਇਸ ਸ਼ਬਦ ਦੇ ਅੰਦਰ ਇਸੇ ਮਾਇਆ ਦਾ ਜ਼ਿਕਰ ਕਰਕੇ ਭਗਤ ਨਾਮਦੇਵ ਜੀ ਨੇ ਇਹ ਜਿੱਥੇ ਇਸ ਸੰਸਾਰ ਦੀ ਮਾਇਆਵੀ ਗੁਣਾਂ ਦਾ ਜ਼ਿਕਰ ਕੀਤਾ, ਮਾਇਆ ਦੇ ਜਿਹੜੇ ਗੁਣ ਨੇ ਉਹ ਜਿਵੇਂ ਮਨੁੱਖ ਦੇ ਉੱਪਰ ਹਾਵੀ ਹੁੰਦੇ ਨੇ ਤੇ ਮਨੁੱਖ ਉਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ ਤੇ ਆਪਣੇ ਅਸਲ ਜੀਵਨ ਮਨੁੱਖ ਤੋਂ ਪਰੇ ਚਲਾ ਜਾਂਦਾ ਹੈ, ਉਹਨਾਂ ਦਾ ਜ਼ਿਕਰ ਕੀਤਾ। ਉੱਥੇ ਆਖਰ ਵਿੱਚ ਫਿਰ ਇਸ ਤੋਂ ਬਾਹਰ ਨਿਕਲ ਕੇ ਉਸ ਸੱਚ ਤੇ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਰਾਹ ਸਾਡੇ ਲਈ ਖੋਲ੍ਹਣ ਦਾ ਯਤਨ ਕੀਤਾ ਹੈ। ਤੋਂ ਭਗਤ ਨਾਮਦੇਵ ਜੀ ਅੱਜ ਦੇ ਸ਼ਬਦ ਦੇ ਪਹਿਲੇ ਬੰਦ ਵਿੱਚ ਆਖਦੇ ਹਨ, ਕੁੰਭਾਰ ਕੇ ਕਰ ਹਾਂਡੀ ਆਛੈ, ਰਾਜਾ ਕੇ ਕਰ ਸਾਂਢੀ ਗੋ, ਬਾਹਮਣ ਕੇ ਕਰ ਰਾਂਢੀ ਆਛੈ, ਰਾਂਢੀ ਸਾਂਢੀ ਹਾਂਡੀ ਗੋ। ਭਗਤ ਨਾਮਦੇਵ ਜੀ ਆਖਦੇ ਹਨ ਕਿ ਦੇਖੋ, ਸੰਸਾਰ ਦੇ ਅੰਦਰ ਇੱਕ ਮਨੁੱਖ ਹੈ ਜਿਹੜਾ ਕੁਮਹਾਰ ਹੈ। ਕੁਮਹਾਰ ਮਿੱਟੀ ਦੇ ਭਾਂਡੇ ਬਣਾਉਂਦਾ, ਇੱਟਾਂ ਬਣਾਉਂਦਾ, ਮਿੱਟੀ ਦੇ ਭਾਂਡੇ ਬਣਾ ਕੇ
ਉਹਦੇ ਬਰਤਨ ਬਣਾਉਂਦਾ ਹੈ, ਕਿਸੇ ਬਰਤਨ ਵਿੱਚ ਪਾਣੀ ਪਾ ਲਿਆ ਜਾਂਦਾ ਹੈ, ਕਿਸੇ ਬਰਤਨ ਵਿੱਚ ਸਬਜ਼ੀ ਬਣਾਈ ਜਾ ਸਕਦੀ ਹੈ, ਕਿਸੇ ਬਰਤਨ ਵਿੱਚ ਕਿਸੇ ਹੋਰ ਸਮਾਨ ਰੱਖਣ ਦੇ ਕੰਮ ਆਉਂਦਾ ਹੈ। ਇਵੇਂ ਕੁੰਭਾਰ ਦੇ ਘਰ ਜਦੋਂ ਅਸੀਂ ਜਾਂਦੇ ਹਾਂ, ਉਸ ਨੂੰ ਆਪਣੀ ਹਾਂਡੀ ਤੋਂ ਭਾਵ ਉਹ ਮਿੱਟੀ ਦਾ ਬਰਤਨ ਜਿਸ ਵਿੱਚ ਖਾਣ ਪੀਣ ਦੀਆਂ ਵਸਤੂਆਂ ਪਕਾਈਆਂ ਜਾਂ ਰੱਖੀਆਂ ਜਾ ਸਕਦੀਆਂ ਨੇ, ਉਹਨੂੰ ਕਹਿੰਦੇ ਨੇ ਹਾਂਡੀ। ਉਹਦੇ ਘਰ ਹਾਂਡੀ ਮਿਲ ਜਾਏ। ਕੁੰਭਾਰ ਦੇ ਘਰ ਹਾਂਡੀ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ, ਕਿਉਂਕਿ ਉਹ ਉਸਦਾ ਕੰਮਕਾਰ ਹੀ ਉਹਦੇ ਵਿੱਚ ਆਪਣੀ ਜ਼ਿੰਦਗੀ, ਜਿਵੇਂ ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਨਾਮਦੇਵ ਜੀ ਦਾ, ਜਦੋਂ ਤਰਲੋਚਨ ਨੇ ਆ ਕੇ ਪੁੱਛਿਆ ਨਾਮਦੇਵ ਜੀ ਨੂੰ ਕਿ ਨਾਮਦੇਵ ਤੂੰ ਸਾਰੇ ਦਿਨ ਖੜੀ ਛਾਣਦਾ ਰਹਿਣਾ, ਕਦੀ ਰੱਬ ਦਾ ਨਾਂ ਨਹੀਂ ਲੈਂਦਾ। ਤਾਂ ਭਗਤ ਨਾਮਦੇਵ ਜੀ ਨੇ ਆਖਿਆ, ਹਾਂ ਮੈਂ ਰੱਬ ਦਾ ਨਾਮ ਵੀ ਲੈਂਦਾ ਹਾਂ, ਮੈਂ ਆਪਣੀ ਕਿਰਤਕਾਰ ਵੀ ਕਰਦਾ ਹਾਂ। ਜਿਹੜਾ ਮਨੁੱਖ ਕਿਰਤਕਾਰ ਕਰਨੀ ਸਾਡੇ ਜੀਵਨ ਦਾ ਇੱਕ ਕਰਮ ਹੈ, ਪਰ ਜਿਹੜਾ ਉਸ ਕਿਰਤ ਵਿੱਚ ਹੀ ਫਸ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਭੁੱਲ ਜਾਏ, ਉਹ ਅਸਲ ਵਿੱਚ ਉਸੇ ਕੁੰਭਾਰ ਦੀ ਤਰ੍ਹਾਂ ਹੀ ਹੈ ਜਿਸ ਨੂੰ ਹਾਂਡੀ ਤੋਂ ਸਿਵਾਏ ਹੋਰ ਕੁਝ ਨਹੀਂ ਪਤਾ ਹੁੰਦਾ। ਤੇ ਭਗਤ ਨਾਮਦੇਵ ਜੀ ਨੂੰ ਆਖਦੇ ਕਬੀਰ, ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਰ, ਕਾਹੇ ਛੀਪੋ ਛਾਇਲ ਹੈ ਰਾਮ ਨਾ ਲਾਵੋ ਚੀਤ। ਤੂੰ ਕਦੀ ਪਰਮਾਤਮਾ ਨੂੰ ਚੇਤੇ ਨਹੀਂ ਲਾਉਂਦਾ, ਕਦੀ ਰਾਮ ਨੂੰ ਯਾਦ ਨਹੀਂ ਕਰਦਾ। ਤੇ ਨਾਮਦੇਵ ਜੀ ਅੱਗੋਂ ਜਵਾਬ ਦਿੰਦੇ ਨੇ, ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਰ, ਕਾਹੇ ਛੀਪੋ ਛਾਇਲ ਹੈ ਰਾਮ ਨਾ ਲਾਵੋ ਚੀਤ। ਨਾਮਾ ਕਹਿ ਤਰਲੋਚਨਾ, ਉਹ ਨਾਮਦੇਵ ਜੀ ਤਰਲੋਚਨ ਨੂੰ, ਭਗਤ ਤਰਲੋਚਨ ਨੂੰ ਉੱਤਰ ਦਿੰਦੇ ਆਖਦੇ ਹਨ, ਇਹ ਤਰਲੋਚਨ ਭਗਤ ਜੀ, ਮੈਂ ਜ਼ਰੂਰ ਆਪਣੇ ਕੱਪੜੇ ਛਾਪਣ ਦਾ ਕੰਮ ਕਰਦਾ ਹੈ, ਮੇਰੀ ਕਿਰਤ ਹੈ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਇੰਜ ਤੁਹਾਨੂੰ ਲੱਗਦਾ ਕਿ ਮੈਂ ਮਾਇਆ ਵਿੱਚ ਮੋਹ ਦੇ ਵਿੱਚ ਫਸਿਆ ਹੋਇਆ ਹਾਂ, ਪਰ ਮੈਂ ਇਸ ਮਾਇਆ ਵਿੱਚ ਰਹਿ ਕੇ, ਇਸ ਮਾਇਆ ਤੋਂ ਉੱਪਰ ਉੱਠ ਕੇ ਵੀ ਜਿਉਂਦਾ ਹਾਂ, ਕਿਉਂਕਿ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਮੇਰਾ ਮਨ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ, ਮੈਂ ਕੰਮ ਵੀ ਕਰਦਾ ਹਾਂ, ਮੇਰੇ ਹੱਥ ਕਾਰ ਵੀ ਕਰਦੇ ਹਨ, ਅਤੇ ਮੇਰਾ ਚਿੱਤ ਉਸ ਯਾਰ ਪ੍ਰਭੂ ਪਰਮੇਸ਼ਰ ਨਾਲ ਵੀ ਜੁੜਿਆ ਰਹਿੰਦਾ ਹੈ। ਤੋਂ ਪਰ ਜਦੋਂ ਸੰਸਾਰ ਦੀ ਰਚਨਾ ਵੱਲ ਵੇਖਦੇ ਹਾਂ, ਸੰਸਾਰ ਦੇ ਬਹੁਤਾਤ ਲੋਕ, ਭਗਤ ਨਾਮਦੇਵ ਜੀ ਆਖਦੇ ਹਨ ਕਿ ਜੇ ਕਿਤੇ ਤੁਸੀਂ ਕੁੰਭਾਰ ਦੇ ਘਰ ਜਾਓ, ਉੱਥੇ ਹਾਂਡੀਆਂ ਮਿਲਣਗੀਆਂ, ਮਿੱਟੀ ਦੇ ਬਰਤਨ ਹੀ ਮਿਲਣਗੇ। ਤੇ ਜੇ ਕਿਤੇ ਰਾਜਯੋਗ ਰਜੋਗੁਣ ਵਿੱਚ ਫਸੇ ਹੋਏ ਕਿਸੇ ਰਾਜੇ ਦੇ ਘਰ ਚਲੇ ਜਾਓ, ਰਾਜਾ ਕੇ ਘਰ ਸਾਂਢੀ ਗੁਣ, ਉਹਦੇ ਘਰ ਊਂਠਣੀਆਂ ਬੰਦੀਆਂ ਹੁੰਦੀਆਂ ਨੇ। ਪੁਰਾਣੇ ਸਮਿਆਂ ਦੇ ਅੰਦਰ ਊਂਠਣੀਆਂ ਰਾਜੇ ਰੱਖਦੇ ਸਨ, ਜਿਸ ਵਿੱਚ ਉਹ ਆਪਣੀ ਡਾਕ, ਆਪਣੇ ਸੁਨੇਹੇ ਇੱਕ ਰਾਜ ਤੋਂ ਦੂਜੇ ਰਾਜ ਤੱਕ ਪਹੁੰਚਾਉਂਦੇ ਸਨ, ਉਹਨੂੰ ਸਾਂਢੀ ਆਖਦੇ ਹਨ। ਵੈਸੇ ਸਾਂਢੀ ਦੇ ਇੱਕ ਅਰਥ ਮਹਾਨ ਕੋਸ਼ ਦੇ ਅੰਦਰ ਹਾਥੀ ਵੀ ਕੀਤੇ ਨੇ, ਹਾਥੀਆਂ ਦੇ ਉੱਪਰ ਵੀ ਰਾਜੇ ਸਵਾਰ ਹੁੰਦੇ ਨੇ, ਅਤੇ ਉਹਦੇ ਅੰਦਰ ਹਾਥੀਆਂ ਦੇ ਉੱਪਰ ਚੜ੍ਹ ਕੇ ਉਹ ਆਪਣਾ ਪ੍ਰਦਰਸ਼ਨ ਵੀ ਕਰਦੇ ਨੇ। ਤੋ ਖੈਰ, ਇਹ ਰਾਜੇ ਦੀ ਅਵਸਥਾ ਬਿਆਨ ਕੀਤੀ ਹੈ ਕਿ ਜੇ ਰਾਜੇ ਦੇ ਘਰ ਜਾਓਗੇ, ਜਿਹੜਾ ਰਾਜ ਭਾਗ ਦਾ ਮਾਲਕ ਹੈ, ਉਹ ਆਪਣੀ ਉਸੇ ਆਕੜ ਚ ਹੁੰਦਾ, ਉਹਦੇ ਘਰ ਇਹ ਸਾਂਢੀ ਦੀ ਆਮ ਵਰਤੋਂ ਹੁੰਦੀ ਹੈ, ਉਹਦੇ ਘਰ ਦੇਖੀ ਜਾ ਸਕਦੀ ਹੈ। ਪਰ ਇਸੇ ਤਰ੍ਹਾਂ ਜੇ ਤੀਜਾ ਮਨੁੱਖ ਲੈ ਲਈਏ, ਬਾਹਮਣ, ਜਿਸ ਨੂੰ ਸਤੋਗੁਣੀ, ਜਿਹੜਾ ਧਰਮ ਦੇ ਕੰਮ ਕਰਦਾ, ਜਿਹੜਾ ਕਰਮਕਾਂਡ ਕਰਦਾ ਤੇ ਕਰਾਉਂਦਾ ਵੀ ਹੈ, ਬਾਣੀ ਰੱਬ ਦਾ ਨਾਮ ਆਪ ਜਪਦਾ ਤੇ ਜਪਾਉਂਦਾ, ਪੱਤਰੀਆਂ ਵਾਚਦਾ, ਉਹਦੇ ਘਰ ਜਾਓਗੇ ਤਾਂ ਬਾਹਮਣ ਦੇ ਘਰ ਆਮ ਤੌਰ ਤੇ ਉਹ ਗ੍ਰੰਥ ਮਿਲ ਜਾਂਦੇ ਨੇ, ਜਿਨ੍ਹਾਂ ਨੂੰ ਦੇਖ ਕੇ ਉਹ ਆਪਣੇ ਜਜਮਾਨਾਂ ਨੂੰ ਕੁਝ ਨਾ ਕੁਝ ਸੱਚ ਝੂਠ ਦੱਸਦਾ ਰਹਿੰਦਾ। ਥਿਤਵਾਰ ਅਤੇ ਗ੍ਰਹਿ ਮਹੂਰਤ ਆਦਿ ਦੱਸ ਕੇ ਉਹਨਾਂ ਪੱਤਰੀਆਂ ਵਾਚਦਾ ਅਤੇ ਆਪਣੇ ਜਜਮਾਨਾਂ ਨੂੰ ਆਪਣੇ ਉਸ ਭਰਮ ਜਾਲ ਵਿੱਚ ਜਾਂ ਕਰਮ ਜਾਲ ਵਿੱਚ ਫਸਾਈ ਰੱਖਦਾ। ਤੋ ਨਾਮਦੇਵ ਜੀ ਆਖਦੇ ਹਨ, ਕੁੰਭਾਰ ਦੇ ਘਰ ਹਾਂਡੀ ਦਾ ਰੌਲਾ, ਰਾਜਾ ਦੇ ਘਰ ਸਾਂਢਣੀ ਦੀ ਗੱਲ ਚਲੇਗੀ, ਅਤੇ ਬਾਹਮਣ ਦੇ ਘਰ ਰਾਂਡੀ ਪਾ ਪੱਤਰੀ, ਉਹ ਧਰਮ ਸ਼ਾਸਤਰ, ਉਹ ਸ਼ਾਸਤਰ ਜਿਨ੍ਹਾਂ ਨੂੰ ਵੇਖ ਕੇ ਉਹ ਆਪਣੇ ਜਜਮਾਨਾਂ ਨੂੰ ਆਪਣੇ ਪਿੱਛੇ ਲਾਉਂਦਾ। ਇੰਜ ਇਹ ਇਹਨਾਂ ਦਾ ਸੰਸਾਰ, ਕੁੰਭਾਰ ਦਾ, ਰਾਜਾ ਦਾ ਤੇ ਬਾਹਮਣ ਦਾ ਜਿਹੜਾ ਸੰਸਾਰ ਹੈ, ਇਹ ਰਾਂਡੀ ਸਾਂਢੀ ਹਾਂਡੀ ਕੋਈ, ਇਹ ਜਾਂ ਰਾਂਡੀ ਵਿੱਚ ਹੈ, ਜਾਂ ਸਾਂਢੀ ਵਿੱਚ ਹੈ, ਜਾਂ ਹਾਂਡੀ ਵਿੱਚ ਫਸਿਆ ਹੋਇਆ। ਤੋ ਭਗਤ ਨਾਮਦੇਵ ਜੀ ਆਖਦੇ ਹਨ ਕਿ ਇਸ ਤਰ੍ਹਾਂ ਇਹ ਜਿਹੜਾ ਸੰਸਾਰ ਹੈ, ਇਹਨਾਂ ਤਿੰਨਾਂ ਮਨੁੱਖਾਂ ਦਾ ਵੀ ਸੰਸਾਰ ਇਹਨਾਂ ਹੀ ਤਿੰਨਾਂ ਗੁਣਾਂ ਵਿੱਚ ਫਸਿਆ ਹੋਇਆ ਹੈ। ਜੇ ਕੁਮਾਰ ਤਮੋ ਗੁਣੀ ਹੈ, ਰਾਜਾ ਜੋ ਹੈ ਇਹ ਰਜੋਗੁਣੀ ਹੈ, ਅਤੇ ਬਾਹਮਣ ਇਹ ਸਤੋਗੁਣੀ ਕਹਾਉਂਦਾ ਹੈ। ਪਰ ਇਹਨਾਂ ਤਿੰਨਾਂ ਗੁਣਾਂ ਵਿੱਚ ਫਸ ਕੇ ਇਹ ਮਾਇਆ ਦੇ ਜਾਲ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇਹ ਫਸੇ ਹੋਏ ਨੇ, ਇਹ ਉਸ ਪਰਮਾਤਮਾ ਦੇ ਨਾਮ ਤੋਂ ਸਖਣੇ ਹਨ। ਅਗਲੇ ਬੰਦ ਵਿੱਚ ਭਗਤ ਨਾਮਦੇਵ ਜੀ ਉਚਾਰਨ ਕਰਦੇ ਹਨ, ਬਾਣੀਏ ਕੇ ਕਰ ਹਿੰਗ ਆਛੈ, ਭੈਸਰ ਮਾਥੈ ਸਿੰਘ ਗੂ, ਦੇਵਲ ਮਧੇ ਲੀਗ ਆਛੈ, ਲਿੰਗ ਸਿੰਘ ਹਿੰਗ ਗੋ। ਇਸ ਤਰ੍ਹਾਂ ਛੰਦੇ ਖੇਲ ਵਿੱਚ ਹੁਣ ਨਾਮਦੇਵ ਜੀ ਤਿੰਨ ਹੋਰ ਮਨੁੱਖਾਂ ਦਾ ਜ਼ਿਕਰ ਕਰਦੇ ਨੇ। ਉਹ ਕਹਿੰਦੇ ਨੇ ਜੇ ਬਾਣੀਆਂ ਨੂੰ ਵੇਖ ਲਈਏ, ਹਟਵਾਣੀਏ, ਇਹ ਸੰਸਾਰੀ ਲੋਕ ਨੇ ਸਾਰੇ,
ਚਾਹੇ ਕੁਮਾਰ ਹੈ, ਰਾਜਾ ਹੈ, ਬਾਹਮਣ ਹੈ। ਹੁਣ ਬਾਣੀ ਦੀ ਗੱਲ ਆ ਗਈ ਤੇ ਬਾਣੀਆਂ, ਜੇ ਬਾਣੀਆਂ ਦੇ ਘਰ ਜਾਓ, ਉੱਥੇ ਬਾਣੀਏ ਕਿਉਂਕਿ ਆਮ ਤੌਰ ਤੇ ਦੁਕਾਨਦਾਰੀ ਦਾ ਕੰਮ ਕਰਦੇ ਹਨ, ਉਹ ਇਹ ਬਾਣੀਏ ਬਿਜ਼ਨਸਮੈਨਾਂ ਦੇ ਘਰ ਵਿੱਚ ਦੁਕਾਨਾਂ ਤੇ ਇਹੀ ਸੌਦਾ ਹੁੰਦਾ। ਇੱਕ ਰਾਸ਼ਨ ਦੇ ਸਮਾਨ ਵਿੱਚ ਹਿੰਗ, ਹਲਦੀ, ਮਿਰਚਾਂ, ਲੂਣ ਆਦਿ। ਹਿੰਗ ਇੱਕ ਪ੍ਰਮੁੱਖ ਪਦਾਰਥ ਹੈ ਜਿਹੜਾ ਭੋਜਨ ਵਿੱਚ ਪਾ ਕੇ ਉਸ ਨੂੰ ਸਵਾਦਿਸ਼ਟ ਬਣਾਉਂਦਾ ਤੇ ਉਸ ਨੂੰ ਪੌਸ਼ਟਿਕ ਵੀ ਬਣਾਉਣ ਦਾ ਯਤਨ ਕਰਦਾ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਬਾਣੀਏ ਨੂੰ ਆਪਣੇ ਉਸ ਦੁਕਾਨ ਦੇ ਸੌਦਿਆਂ ਤੋਂ ਇਲਾਵਾ ਹੋਰ ਕੁਝ ਗਿਆਨ ਨਹੀਂ ਹੁੰਦਾ, ਹੋਰ ਪਾਸੇ ਉਹਦਾ ਧਿਆਨ ਨਹੀਂ ਹੁੰਦਾ। ਉਹ ਉਹਦੇ ਵਿੱਚ ਹੀ ਰੁੱਝਿਆ ਰਹਿੰਦਾ। ਆਏ ਦੁਕਾਨਦਾਰੀ ਚਲੇਗੀ ਕਿਵੇਂ, ਇਸ ਦੁਕਾਨਦਾਰੀ ਦਾ ਹੁਣ ਘਾਟਾ ਪੈ ਗਿਆ, ਵਾਧਾ ਹੋ ਗਿਆ, ਪ੍ਰੋਫਿਟ ਹੋ ਗਿਆ, ਘਾਟੇ 'ਚ ਬਿਜ਼ਨਸ ਚਲਾ ਗਿਆ, ਹੁਣ ਵਾਧੇ ਚਲ ਗਿਆ, ਅੱਜ ਇਹ ਚੀਜ਼ ਮਹਿੰਗੀ ਹੋ ਗਈ, ਅੱਜ ਉਹ ਚੀਜ਼ ਮਹਿੰਗੀ ਹੋ ਗਈ। ਇਸ ਤਰ੍ਹਾਂ ਬਾਣੀਆਂ ਆਪਣੀ ਇਸ ਦੁਕਾਨਦਾਰੀ ਹਿੰਗ ਦੇ ਵਪਾਰ ਵਿੱਚ ਹੀ ਰੁੱਝਿਆ ਰਹਿੰਦਾ। ਅਤੇ ਜੇ ਤੁਸੀਂ ਕਿਸੇ ਭੈਂਸੇ, ਇੱਕ ਜਾਨਵਰ ਹੈ ਭੈਂਸਾ, ਉਹ ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਅਮੂਹਾ ਭੈਂਸਾ ਜਿਹੜਾ ਉਹ ਸਿੰਘ ਮਾਰਦਾ, ਉਹਦਾ ਕੰਮ ਸਿੰਘ ਮਾਰਨਾ ਹੀ। ਜੇ ਹੋਰ ਕੁਝ ਨਹੀਂ ਮਿਲੇਗਾ ਤਾਂ ਜਾ ਕੇ ਕਿਸੇ ਦਰਖਤ ਵਿੱਚ ਸਿੰਘ ਮਾਰ ਦੇ। ਉਹਦਾ ਰਜੋਗੁਣੀ ਸੁਭਾਅ ਹਮੇਸ਼ਾ ਦੂਜੇ ਦੇ ਉੱਪਰ ਹਮਲਾਵਰ ਹੋਣਾ ਹੈ। ਭੈਂਸਾ ਜੋ ਹੈ ਉਹਦੇ ਅੰਦਰ ਇੱਕ ਗੁਣ ਹੈ ਕਿ ਉਹ ਆਪਣੇ ਸਿੰਘਾਂ ਨਾਲ ਆਪਣੇ ਦੁਸ਼ਮਣ ਨੂੰ ਨਹੀਂ, ਆਪਣੇ ਕਿਸੇ ਨੂੰ ਵੀ ਉਹ ਆਪਣੇ ਸਿੰਘਾਂ ਦੀ ਮਾਰ ਥੱਲੇ ਲਿਆਉਂਦਾ। ਉਹਦਾ ਵਪਾਰ, ਉਹਦਾ ਕੰਮ ਸਿੰਘਾਂ ਦੇ ਉੱਪਰ ਹੀ ਖੜਾ ਹੈ। ਅਤੇ ਇਵੇਂ ਜੇ ਤੁਸੀਂ ਦੇਵਲ ਭਾਵ ਕਿਸੇ ਮੰਦਰ, ਦਿਵਾਲੇ, ਕਿਸੇ ਦੇਵਤੇ ਦੇ ਮੰਦਰ ਚਲੇ ਜਾਓ, ਉੱਥੇ ਤੁਹਾਨੂੰ ਮਿਲ ਜਾਏਗਾ ਦੇਵਲ ਮਧੇ ਲਿੰਗ ਆਛੈ। ਉੱਥੇ ਲਿੰਗ ਕਿਸੇ ਨਾ ਕਿਸੇ ਰੂਪ ਵਿੱਚ ਮਿਲ ਹੀ ਜਾਏਗਾ। ਸ਼ਿਵ ਜੀ ਦੇ ਮੰਦਰ ਲਿੰਗ, ਹੋਰ ਦੇਵੀ ਦੇਵਤਿਆਂ ਦੇ ਛੋਟੇ ਛੋਟੇ ਦਿਵਾਲਿਆਂ ਦੇ ਵਿੱਚ ਉਹ ਲਿੰਗ ਸੁਭਾਇਮਾਨ ਕੀਤੇ ਜਾਂਦੇ ਨੇ ਤੇ ਲੋਕ ਉਹਨਾਂ ਲਿੰਗਾਂ ਦੀ ਪੂਜਾ ਕਰਦੇ ਨੇ, ਜਿਸ ਦਾ ਜ਼ਿਕਰ ਅਸੀਂ ਜਾਪ ਸਾਹਿਬ ਵਿੱਚ ਸਵਈਆਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਈਏ ਪੜ੍ਹਦੇ ਹਾਂ। ਕਾਹੂ ਲੈ ਪਾਹਨ ਪੂਰ ਕਰਿਓ ਸਿੰਘ, ਕਾਹੂ ਲੈ ਲਿੰਗ ਹਰੇ ਲਟਕਾਇਓ। ਕਿ ਲੋਕੀ ਜਿਹੜੇ ਇਸ ਕਰਮਕਾਂਡ ਵਿੱਚ ਆਪਣੇ ਆਪ ਨੂੰ ਧਰਮੀ ਆਖਦੇ ਹਨ, ਉਹਨਾਂ ਦੇ ਗਲੇ ਵਿੱਚ ਲਿੰਗ ਪਿਆ ਹੁੰਦਾ ਹੈ, ਭਾਵ ਉਹ ਪੱਥਰ ਦਾ ਉਹ ਵੱਟਾ ਗੋਲ ਜਿਹਾ ਜਿਸ ਦੀ ਸ਼ਕਲ ਲਿੰਗ ਵਰਗੀ ਹੈ। ਤੋਂ ਭਗਤ ਨਾਮਦੇਵ ਜੀ ਆਖਦੇ ਹਨ ਬਾਣੀਏ ਹਿੰਗ ਦੇ ਵਪਾਰ ਵਿੱਚ ਫਸੇ ਹੋਏ ਨੇ। ਜਿਵੇਂ ਦੁਨੀਆ ਦੇ ਅੱਜ ਦੇ ਵਪਾਰ ਦੀ ਗੱਲ ਕਰੀਏ, ਕਿ ਨਹੀਂ ਬੰਜਿਆ ਕਾਂਸ਼ੀ ਤਾਂਬਾ, ਕਿ ਨਹੀਂ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਉਸ ਨਾਮ ਨੂੰ ਭੁੱਲ ਕੇ ਜੇ ਬਾਣੀਆਂ ਹਿੰਗ ਦੇ ਵਪਾਰ ਵਿੱਚ ਹੀ ਲੱਗਿਆ, ਭਾਵ ਆਪਣੇ ਉਸ ਕਿਰਤ ਵਿੱਚ ਹੀ ਫਸਿਆ ਹੋਇਆ। ਪੈਸਰ ਮਾਥੈ ਸਿੰਘ, ਅਤੇ ਭੈਂਸਾ ਜੋ ਹੈ ਇਹ ਆਪਣੇ ਸਿੰਘਾਂ ਦੀ ਮਾਰ ਥੱਲੇ ਲਿਆਉਣ ਦੇ ਵਿਚਾਰ ਵਿੱਚ ਮਸਤ ਹੈ, ਅਤੇ ਦਿਵਾਲਿਆਂ ਦੇ ਅੰਦਰ ਲਿੰਗ ਹੀ ਪ੍ਰਧਾਨ ਹੈ। ਇੰਜ ਇਹਨਾਂ ਦਾ ਸੰਸਾਰ, ਬਾਣੀਆਂ ਦਾ, ਭੈਂਸੇ ਦਾ, ਦਿਵਾਲਿਆਂ ਦਾ ਵਪਾਰ ਜੋ ਹੈ, ਜੋ ਜੀਵਨ ਹੈ, ਇਹ ਲਿੰਗ, ਸਿੰਘ ਤੇ ਹਿੰਗ ਦੇ ਵਿੱਚ ਫਸਿਆ ਹੋਇਆ। ਦੇਵਲ ਮਧੇ ਲਿੰਗ ਆਛੈ, ਲਿੰਗ ਸਿੰਘ ਹਿੰਗ ਗੋ, ਭਾਵ ਇਹਨਾਂ ਦੇ ਸੰਸਾਰ ਇੱਥੋਂ ਤੱਕ ਹੀ ਸੀਮਤ ਹੈ, ਇਸ ਤੋਂ ਬਾਹਰ ਨਹੀਂ। ਜਾਂ ਲਿੰਗ ਦੀ ਗੱਲ ਹੈ ਸਤੋਗੁਣੀ, ਜਾਂ ਸਿੰਘ ਦੀ ਗੱਲ ਹੈ ਰਜੋਗੁਣੀ, ਜਾਂ ਹਿੰਗ ਦੀ ਗੱਲ ਹੈ ਇਹ ਤਮੋ ਗੁਣੀ ਦੇ ਵਿੱਚ ਫਸੇ ਹੋਏ। ਇਹ ਵੀ ਜਿਹੜੇ ਸੰਸਾਰ ਹੈ ਇਹ ਆਪਣੇ ਇਸ ਸੰਸਾਰ ਵਿੱਚ ਖਚਤ ਹੋਏ ਹਨ। ਤੀਸਰੇ ਬੰਦ ਵਿੱਚ ਭਗਤ ਨਾਮਦੇਵ ਜੀ ਸਮਝਾਉਂਦੇ ਹਨ ਕਿ ਵੇਖੋ ਇੱਥੇ ਹੀ ਬਸ ਨਹੀਂ, ਇਸ ਤੋਂ ਅੱਗੇ ਹੋਰ ਵੇਖੀਏ ਸੰਸਾਰ ਦੇ ਲੋਕ ਕਿਹਨਾਂ ਕਿਹਨਾਂ ਕੰਮਾਂ ਵਿੱਚ ਫਸ ਕੇ ਆਪਣੇ ਉਸੇ ਹੀ ਭਰਮ ਜਾਲ ਵਿੱਚ ਆਪਣੇ ਜੀਵਨ ਦਾ ਮਨੋਰਥ ਬਣਾਈ ਬੈਠੇ ਹਨ। ਤੇਲੀ ਕਹਿ ਕਰ ਤੇਲ ਆਛੈ, ਜੰਗਲ ਮਧੇ ਬੇਲ ਗੋ, ਮਾਲੀ ਕੇ ਕਰ ਕੇਲ ਆਛੈ, ਕੇਲ ਬੇਲ ਤੇਲ ਗੋ। ਕਹਿੰਦੇ ਹਨ ਕਿ ਜੇ ਵੇਖੋ ਤੇਲੀ ਦੇ ਘਰ ਚਲ ਜਾਓ, ਜਿਹੜਾ ਕੋਲੂ ਪੀੜ ਕੇ ਉਹਦੇ ਵਿੱਚੋਂ ਕੋਲੂ ਦੇ ਰਾਹੀਂ ਤੇਲ ਕੱਢਦਾ ਹੈ, ਉਹਦੇ ਘਰ ਸਰੋਂ ਦਾ ਤੇਲ ਮਿਲ ਜਾਏਗਾ, ਤਿਲਾਂ ਦਾ ਤੇਲ ਮਿਲ ਜਾਏਗਾ, ਹੋਰ ਕਿਸੇ ਚੀਜ਼ ਦਾ ਤੇਲ ਕੱਢ ਕੇ ਉਹ ਵੇਚਦਾ, ਉਹਦਾ ਵਪਾਰ ਇਹੋ ਹੈ। ਤੇਲੀ ਦੇ ਘਰੋਂ ਤੁਹਾਨੂੰ ਤੇਲ ਦੀ ਗੱਲ ਕਿਤੇ ਨਾ ਕਿਤੇ ਜ਼ਰੂਰ ਮਿਲੇਗੀ। ਅਤੇ ਜੇ ਤੁਸੀਂ ਜੰਗਲ ਵਿੱਚ ਚਲੇ ਜਾਓ, ਜੰਗਲ ਦੀ ਨਿਸ਼ਾਨੀ ਹੈ ਉੱਥੇ ਅਣਬੋਈਆਂ ਆਪਣੇ ਆਪ ਉੱਗੀਆਂ ਬੇਲਾਂ ਦੇ ਭੰਡਾਰ ਮਿਲ ਜਾਣ। ਜਿੱਥੇ ਹੋਰ ਕੋਈ ਫਸਲ ਨਹੀਂ ਉੱਗਦੀ ਉੱਥੇ ਬੇਲਾਂ ਆਪਣੇ ਆਪ ਹੀ ਉੱਗ ਜਾਂਦੀਆਂ ਹਨ। ਤੇ ਜੰਗਲ ਦੀ ਨਿਸ਼ਾਨੀ ਇਹ ਹੈ ਕਿ ਉਹ ਬੇਲਾਂ ਨਾਲ, ਜੜੀਆਂ ਬੂਟੀਆਂ ਦੇ ਨਾਲ, ਦਰਖਤਾਂ ਦੇ ਨਾਲ ਭਰਿਆ ਹੋਇਆ ਉਹ ਜੰਗਲ ਦਾ ਸੰਸਾਰ ਹੈ। ਇਵੇਂ ਜੇ ਤੁਸੀਂ ਮਾਲੀ ਦੇ ਘਰ ਕੱਲ ਜਾਓ, ਮਾਲੀ ਕਿਉਂਕਿ ਜਾਣਦਾ ਹੈ ਕਿ ਕਿਹੜਾ ਫਲ, ਕਿਹੜੀ ਸਬਜ਼ੀ ਕਿਹੜੇ ਸਮੇਂ ਲੱਗਣਾ, ਇਸ ਲਈ ਉਹ ਲੋਕ ਹੀ ਘਰਾਂ ਵਿੱਚ ਮਾਲੀ ਰੱਖ ਲੈਂਦੇ ਨੇ, ਕਿਉਂਕਿ ਉਹਨਾਂ ਨੂੰ, ਆਮ ਲੋਕਾਂ ਨੂੰ ਇਹ ਗਿਆਨ ਨਹੀਂ ਹੁੰਦਾ ਕਿ ਇਸ ਫਸਲ ਵਿੱਚ ਕਿਹੜੀ, ਇਸ ਮੌਸਮ ਵਿੱਚ ਕਿਹੜੀ ਫਸਲ ਲੱਗੇਗੀ, ਕੀ ਇਸ ਬੀਜਣਾ ਕੀ ਨਹੀਂ ਬੀਜਣਾ। ਮਾਲੀ ਨੂੰ ਇਹ ਸਾਰਾ ਗਿਆਨ ਹੁੰਦਾ ਅਤੇ ਉਹਨਾਂ ਵਿੱਚੋਂ ਮਾਲੀ ਦੇ ਘਰ ਤੁਹਾਨੂੰ ਕੇਲੇ ਦਾ ਦਰਖਤ ਜ਼ਰੂਰ ਮਿਲੇਗਾ। ਇਹ ਮਾਲੀ ਦੀ ਇੱਕ ਨਿਸ਼ਾਨੀ ਸੀ
कि माली अपने घर च केले का दरख्त जरूर लगा लेंदे सन, तो माली की निशानी केले का दरख्त ही है। तो भगत रामदेव जी कहते हैं कि वेखो ये संसार के अंदर ये लोग भी हैं जो फसे हुए हैं अपने तेल के व्यापार में तेली ਅਤੇ बेलों के व्यापार में जंगल ਅਤੇ केले के व्यापार में माली। केल बेल तेल गो ये तीन छंदा खेल, इस छंद का नाम भी तीन छंदे है ਅਤੇ संसार भी इन्हां ही माया के रुझेवियां विच लग्या होया, कोई केले दे विच, कोई बेलों के विच, कोई तेल कड्ढण दे अपने व्यापार विच ही खचत है। उसनूं वो आत्मक अवस्था, वो सहज की अवस्था, वो चढ़दी कला की अवस्था पता ही नहीं लगती। तो अगले बंद विच भगत नामदेव जी हुण शब्द का निचोड़ वर्णन करन लगे हैं। आखदे हन, संतां मध्य गोबिंद आछै, गोकुल मध्य श्याम गो, नामे मध्य राम आछै, राम श्याम गोबिंद गो। टोडी राग विच भगत नामदेव जी का ये शब्द जिस दी विचार असीं सांझी कर रहे हैं, इस आखिरी बंद विच भगत नामदेव जी हुण तत्त की गल समझाउण लगे हैं। पहले संसार के उन्हां लोकां की गल कीती है, उन्हां मनुखां की, उन्हां बनस्पति की, उन्हां व्यापारियां की, उन्हां मंदिरां की जो रजोगुणी तमोगुणी सतोगुणी आदिक विच फसे हुए हैं। हुण नामदेव जी आखदे हैं, मैं जदों उन्हां पुरखां की गल करदा हां जिहड़े रब की बंदगी करते हैं, वो अपनी निशानी दसदे हैं कि मेरे अंदर गोबिंद का वासा है। संत जनां दे हिरदे विच गोबिंद का वासा है ਅਤੇ ਉਹ ਗੋਬਿੰਦ ਨੂੰ ਆਪਣੇ ਮਨ ਵਿੱਚ ਵਸਿਆ ਹੋਇਆ ਜਾਣ ਕੇ ਉਹ ਵੀ ਸਤੋਗੁਣੀ ਵਿੱਚ ਸਮਾ ਜਾਂਦੇ ਹਨ ਤੇ ਉਹ ਇਸ ਤਰ੍ਹਾਂ ਰੁੱਝੇ ਹੋਏ ਨੇ ਜਿਵੇਂ ਗੋਕਲ ਨਗਰੀ ਵਿੱਚ ਕ੍ਰਿਸ਼ਨ ਜੀ ਦਾ ਹੀ ਨਾਮ ਪ੍ਰਚਲਿਤ ਕਰਦੇ ਹਨ। ਗੋਕਲ ਮਧਯ श्याम गो, श्याम कृष्ण जी का नाम है। तो इस छंद विच, इस शब्द के आखिरी बंद विच नामदेव जी आखते हैं कि संत जनां दे हिरदे विच गोबिंद का नाम प्रचलित है, ਉਹਦਾ ਨਾਮ ਸਮਾਇਆ ਹੋਇਆ ਹੈ। ਇਵੇਂ ਜਿਵੇਂ ਗੋਕਲ ਵਿੱਚ ਸ਼ਾਮ ਦੀ ਗੱਲ ਕਰਦੇ ਹਨ ਕਿ ਉੱਥੇ ਸ਼ਾਮ ਹੈ, ਉੱਥੇ ਸ਼ਾਮ ਤੋਂ ਬਿਨਾਂ ਰੱਬ ਦਾ ਹੋਰ ਕੋਈ ਨਾਮ ਨਹੀਂ ਲੈਂਦੇ। ਇਵੇਂ ਹੀ ਨਾਮਦੇਵ ਜੀ ਕਹਿੰਦੇ ਹਨ, ਨਾਮਦੇਵ ਦੇ ਹਿਰਦੇ ਵਿੱਚ ਰਾਮ ਦਾ ਵਾਸ ਹੈ, ਪਰਮਾਤਮਾ ਦਾ ਵਾਸ ਹੈ, ਰਾਮ ਸ਼ਬਦ ਵਰਤਿਆ ਅਤੇ ਫਿਰ ਛੰਦ ਨੂੰ ਕੰਪਲੀਟ ਕਰਦਿਆਂ ਆਖਦੇ ਹਨ ਕਿ ਇੰਜ ਇਹ ਰਾਮ ਸ਼ਿਆਮ ਗੋਬਿੰਦ ਗੋ। ਜਦੋਂ ਮੈਂ ਸੰਸਾਰ ਦੇ ਇਹਨਾਂ ਸੰਸਾਰ ਦੇ ਪਦਾਰਥਾਂ ਵਿੱਚ ਵੇਖਦਾ ਹਾਂ कि ये नामां दे भी मनुख ने झगड़े पाए हुए हैं, कोई गोबिंद की पूजा करता है, कोई श्याम की पूजा करता है, कोई राम की पूजा करता है। पर नामदेव जी का राम कुछ वखरा राम है। नाम जी किस राम की गल करते हैं उसका जिक्र भगत नामदेव जी ने अपने एक होर शब्द में बड़ा सुंदर किया है कि वो कहते हैं सबे कट राम बोले। वो राम रामचंद्र नूं राम नहीं कहते, वो राम किस की पूजा करते हैं जिसका जिक्र गुरबाणी विच कहते हैं, कबीर राम है राम तो उस राम नूं राम कहिए जिहड़ा सारियां विच समाया हो, वो अकाल पुरख वाहिगुरू। कबीर राम है राम कहो कह दे माए बबे, एक अनेक मिल गया एक समान आए। एक रब वो है जिहड़ा संसार विच आके प्रचलित होया। कोई कहंदा जी वो कृष्ण बन के आया, कोई रामचंद्र बन के आउंदा है, कोई देवी देवतियां दे रूप विच रब दी पूजा करदा है, कोई अवतारवाद दे विच फसिया होया। पर नामदेव जी आखते हैं मेरे हृदय में वो राम है जो राम भी है, श्याम भी है ते गोबिंद भी है। मैं उन्हां तिन्नां गुणां दे नामां दी वरतों जिवें गुरमत दे अंदर गुरबाणी विच अनेकां नाम वरत के ये गल समझाउण दा यतन कीता है कि उस परमात्मा दे अनेकां ही नाम इस दुनिया विच रखे हुए ने। कीर्तम नाम कथे तेरे जिहबा, सतनाम तेरा परब बड़ा। असल विच उसका नाम सच ही है। वो सच वही वाहिगुरू है जो आदि विच भी सच सी, हुण भी सच है, अगों भी सच रहेगा। आद सच जुगाद सच है भी सच, नानक होसी भी सच। ते नामदेव जी भी इसे अवस्था का जिक्र करदे आखदे हन कि जदों मनुख त्रैगुणी माया विच फसिया है, वो इन्हां देवी देवतियां नूं भी इन्हां दुनिया विच आए मनुखां नूं भी रब करके ही मनण लग पैंदा है। पर नामदेव उस रब की पूजा करता है जिस बारे आप जी आखते हैं वो परमात्मा ऐसा है सबे घट राम बोले, रामा बोले, राम बिना वो बोले नहीं। मैं जो सारे संसार में वेखदा हर एक दे अंदर राम की आवाज़ है, हर एक दे अंदर परमात्मा वसिया होया है। सिर्फ फर्क की है कि वो परमात्मा की इस होंद नूं
ਮੁਨਕਰ ਹੋਈ ਬੈਠਾ ਹੈ ਅਤੇ ਦੁਨੀਆ ਦੇ ਤਿੰਨਾਂ ਗੁਣਾਂ ਵਿੱਚ ਫਸਿਆ ਹੋਣ ਕਾਰਨ ਕਿ ਰੱਬ ਉਸ ਨੂੰ ਭੁੱਲਿਆ ਹੋਇਆ ਹੈ। ਨਹੀਂ ਤਾਂ ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬੋ ਨਾ ਨਾਰੀ। ਜਿਵੇਂ ਕੁੰਭਾਰ ਇੱਕੋ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਬਣਾਉਂਦਾ ਹੈ, ਇਵੇਂ ਉਸ ਵਾਹਿਗੁਰੂ ਨੇ ਵੀ ਇਸ ਸੰਸਾਰ ਦੇ ਅੰਦਰ ਵੱਖ-ਵੱਖ ਲੋਕ ਬਣਾਏ ਨੇ, ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਤਾਰੇ ਲਾਇਆ ਹੋਇਆ, ਪਰ ਸਾਰਿਆਂ ਦੇ ਅੰਦਰ ਉਹ ਆਪ ਹੀ ਸਮਾਇਆ ਹੋਇਆ ਹੈ। ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬੋ ਨਾਨਾ ਰੇ, ਅਸਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਭਾਵੇਂ ਜਾਨਵਰਾਂ ਵਿੱਚ ਲੈ ਲਓ, ਪਸ਼ੂਆਂ ਵਿੱਚ ਲੈ ਲਓ, ਪੰਛੀ ਵਿੱਚ ਲੈ ਲਓ, ਬਨਸਪਤੀ ਵਿੱਚ ਲੈ ਲਓ, ਮਨੁੱਖ ਜਾਤੀਆਂ ਵਿੱਚ ਲੈ ਲਓ, ਸਾਰਿਆਂ ਦੇ ਅੰਦਰ ਹਰ ਇੱਕ ਹਿਰਦੇ ਵਿੱਚ ਸਭੈ ਘਟ ਰਾਮ ਬੋਲਦਾ ਹੈ। ਉਹ ਰਾਮ ਘਟ ਘਟ ਰਾਮ ਸਮਾਨਾ ਹੈ, ਜਿਸ ਨੂੰ ਇਸ ਤਰ੍ਹਾਂ ਵੀ ਗੁਰਬਾਣੀ ਵਿੱਚ ਬਿਆਨ ਕੀਤਾ ਹੈ, ਈਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ। ਨਾਮਦੇਵ ਜੀ ਦਾ ਰੱਬ ਉਹ ਰਾਮ ਹੈ ਜੋ ਹਰ ਜਗ੍ਹਾ ਮੌਜੂਦ, ਹਰ ਸਮੇਂ ਮੌਜੂਦ ਹੈ, ਕਣ ਕਣ ਵਿੱਚ ਮੌਜੂਦ ਹੈ। ਇਸ ਲਈ ਇਸ ਰੱਬ ਦੀ ਗੱਲ ਨੂੰ ਸਮਝਣ ਲਈ ਲੋੜ ਕਿਸ ਦੀ ਹੈ ਕਿ ਮਨੁੱਖ ਗੁਰਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਨਾਲ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਸਕੇ, ਇਹਨਾਂ ਤਿੰਨਾਂ ਗੁਣਾਂ ਦੀ ਇਸ ਨੂੰ ਸਮਝ ਆਏ ਅਤੇ ਇਹਨਾਂ ਤਿੰਨਾਂ ਗੁਣਾਂ ਤੋਂ ਉੱਚਾ ਉੱਠ ਕੇ ਉਹ ਆਤਮਿਕ ਪਦ ਉਸ ਅਵਸਥਾ ਤੇ ਪਹੁੰਚੇ ਜਿਸ ਤੇ ਪਹੁੰਚਾਉਣਾ ਗੁਰਮਤ ਦਾ ਮੁੱਖ ਪ੍ਰਯੋਜਨ ਸੀ। ਗੁਰੂ ਸਾਹਿਬ ਜੀ ਨੇ ਇੱਕ ਸਧਾਰਨ ਮਨੁੱਖ ਤੋਂ ਦੇਵਤਾ ਰੂਪ ਮਨੁੱਖ ਬਣਾਇਆ ਅਤੇ ਉਸ ਨੂੰ ਇੱਕ ਆਮ ਮਨੁੱਖ ਤੋਂ ਸਚਿਆਰ ਮਨੁੱਖ ਬਣਾ ਕੇ ਉਸ ਚੜ੍ਹਦੀ ਕਲਾ ਦੀ ਅਵਸਥਾ ਵਿੱਚ ਬਿਠਾਇਆ। ਤੇ ਸਤਿਗੁਰੂ ਜੀ ਨੇ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਜਦੋਂ ਟੋਡੀ ਰਾਗ ਵੀ ਦਰਜ ਕੀਤਾ, ਉਹਨਾਂ ਦੇ ਅੰਦਰ ਵੀ ਇਹੀ ਭਾਵਨਾ ਸੀ ਕਿ ਮਨੁੱਖ ਇਸ ਸ਼ਬਦ ਤੋਂ ਇਹ ਪ੍ਰੇਰਣਾ ਲੈ ਸਕੇ ਕਿ ਸੰਸਾਰ ਇਸ ਮਾਇਆ ਜਾਲ ਵਿੱਚ ਫਸਿਆ ਪਿਆ, ਪਰ ਜੇ ਇਸ ਵਿੱਚ ਰਹਿੰਦਿਆਂ ਇਸ ਸੰਸਾਰ ਤੋਂ ਬਾਹਰ ਵੀ ਨਹੀਂ ਜਾਣਾ, ਇਹਨੂੰ ਛੱਡ ਕੇ ਵੀ ਨਹੀਂ ਜਾਣਾ, ਪਰ ਇਸ ਸੰਸਾਰ ਵਿੱਚ ਰਹਿੰਦਿਆਂ ਵੀ ਗੁਰੂ ਦੇ ਦੱਸੇ ਰਾਸਤੇ ਚੱਲ ਕੇ ਗੁਰਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠਿਆ ਜਾ ਸਕਦਾ ਹੈ। ਪਰ ਉਹਦੇ ਅੰਦਰ ਚਿੰਤਾ ਕੀ ਹੋਵੇ, ਏਕਲ ਚਿੰਤਾ ਰਾਖਿ ਅਨੰਤਾ ਔਰ ਤਜੋ ਸਭ ਆਸਾਰੇ। ਉਹਦੇ ਅੰਦਰ ਇੱਕ ਪ੍ਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੀ ਚਿੰਤਾ ਨਾ ਰਹੇ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਬਾਕੀ ਕਿਰਤ ਵਿਰਤ ਸੰਸਾਰ ਦੀ ਇਹ ਤਾਂ ਹਰ ਮਨੁੱਖ ਨੇ ਕਰਨੀ ਹੈ, ਇਹਦੀ ਲੋੜ ਵੀ ਹੈ, ਪਰ ਜਦੋਂ ਇਹ ਚਿੰਤਾ ਕਰਨ ਲੱਗ ਪੈਂਦਾ ਹੈ, ਹਾਏ ਮੇਰਾ ਕੀ ਬਣਾ ਗਿਆ, ਤਾਂ ਅਸੀਂ ਰਹਿਰਾਸ ਵਿੱਚ ਉਹ ਪੜ੍ਹਦੇ ਹਾਂ, ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰਿਆ। ਇਹ ਤਾਂ ਰੋਜ਼ੀ ਰੋਟੀ ਦਾ ਸਾਧਨ ਉਸ ਵਾਹਿਗੁਰੂ ਨੇ ਸਾਡੇ ਲਈ ਪੈਦਾ ਕੀਤੇ ਹੋਏ ਨੇ। ਇਸ ਰੋਜ਼ੀ ਰੋਟੀ ਵਿੱਚ ਰਹਿੰਦਿਆਂ ਹੋਇਆਂ, ਹੱਸਦਿਆਂ ਖੇਡਦਿਆਂ ਜ਼ਿੰਦਗੀ ਬਸਰ ਕਰਦਿਆਂ ਉਸ ਪਰਮਾਤਮਾ ਜਿਸ ਨੇ ਸਾਰੇ ਸੰਸਾਰ ਦੀ ਰਚਨਾ ਬਣਾਈ ਹੋਈ ਹੈ, ਉਸ ਵਾਹਿਗੁਰੂ ਨੂੰ ਚੇਤੇ ਰੱਖੀਏ। ਐਸਾ ਸੇਵਕ ਜੋ ਉਸ ਵਾਹਿਗੁਰੂ ਨੂੰ ਇਸ ਸੰਸਾਰ ਵਿੱਚ ਰਹਿੰਦਿਆਂ ਹੀ ਪ੍ਰਾਪਤ ਕਰਦਾ ਹੈ, ਉਸ ਦੀ ਪਹਿਚਾਣ ਕਰ ਲੈਂਦਾ ਹੈ, ਐਸਾ ਸੇਵਕ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ। ਉਹ ਪ੍ਰਭੂ ਦਾ ਦਾਸ ਬਣ ਕੇ ਉਸੇ ਵਿੱਚ ਲੀਨ ਹੋ ਜਾਂਦਾ ਹੈ। ਤਾਂ ਉਹ ਸਤਿਗੁਰੂ ਜੀ ਕਹਿੰਦੇ ਹਨ, ਪ੍ਰਣਵੈ ਨਾਮਾ ਭੈ ਨੇ ਕਾਮਾ ਉਹ ਠਾਕੁਰ ਕੋ ਦਾਸਾਰੇ। ਜਿਹੜਾ ਨਾਮਦੇਵ ਜੀ ਬੇਨਤੀ ਕਰਦੇ ਹਨ ਕਿ ਜਿਹੜਾ ਇਸ ਤਰ੍ਹਾਂ ਰਹਿ ਕੇ ਨੇਕਾਮ ਹੋ ਜਾਂਦਾ ਹੈ, ਨਿਰਛਤ ਹੋ ਜਾਂਦਾ ਹੈ, ਉਹ ਆਪਣੀ ਕਿਰਤ ਵਿਰਤ ਕਰਦਾ ਹੈ, ਆਪਣੇ ਪਰਿਵਾਰ ਵਿੱਚ ਰਹਿੰਦਾ ਹੈ, ਪਰ ਇਸ ਤੋਂ ਉੱਪਰ ਉੱਠ ਕੇ ਜਿਹੜਾ ਉੱਪਰ ਉੱਠ ਜਾਂਦਾ ਹੈ, ਨਾਮਦੇਵ ਜੀ ਕਹਿੰਦੇ ਐਸਾ ਕੋਈ ਵਿਰਲਾ ਹੀ ਉਸ ਮਾਲਕ ਦਾ ਦਾਸ ਬਣ ਕੇ ਜੀਵਨ ਜਿਉਂਦਾ ਹੈ। ਤੋ ਭਗਤ ਨਾਮਦੇਵ ਜੀ ਦੇ ਇਸ ਸ਼ਬਦ ਰਾਹੀਂ ਜੋ ਸਾਨੂੰ ਅੰਤ ਵਿੱਚ ਮੁੱਖ ਸੰਦੇਸ਼ ਮਿਲਦਾ ਹੈ, ਉਹੀ ਹੀ ਨਿਰਣਾਇਕ ਫੈਸਲਾ ਭਗਤ ਨਾਮਦੇਵ ਜੀ ਕਰਦੇ ਹਨ ਕਿ ਇਹ ਮਨੁੱਖ, ਤੂੰ ਇਸ ਜੋ ਤੇਰਾ ਮਨ ਇਸ ਸੰਸਾਰ ਵਿੱਚ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ, ਜਿੰਨਾ ਚਿਰ ਸਾਡਾ ਮਨ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਕਾਰਨ ਮੋਹ ਵਿੱਚ ਫਸਿਆ ਰਹਿੰਦਾ ਹੈ, ਉਹ ਵਾਹਿਗੁਰੂ ਜੀ ਨਾਲ ਮਿਲ ਕੇ ਸਹਿਜ ਅਵਸਥਾ, ਜਿਸ ਨੂੰ ਸਦਾ ਚੜ੍ਹਦੀ ਕਲਾ ਦੀ ਅਵਸਥਾ ਕਿਹਾ ਜਾਂਦਾ ਹੈ, ਉਹ ਪ੍ਰਾਪਤ ਨਹੀਂ ਹੋ ਸਕਦੀ। ਮਾਇਆ ਵਿੱਚ ਫਸੇ ਰਿਹਾ, ਮਾਇਆ ਦੇ ਇਸ ਨੀਂਦ ਵਿੱਚ ਫਸੇ ਹੋਇਆ ਮਨੁੱਖ ਵਾਹਿਗੁਰੂ ਦੀ ਹੋਂਦ ਤੋਂ ਨੂੰ ਪ੍ਰਾਪਤ ਨਹੀਂ ਹੁੰਦਾ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸੇ ਤਰ੍ਹਾਂ ਦਾ ਫੈਸਲਾ ਕਰਕੇ ਇਸ ਦੇ ਉੱਪਰ ਮੋਹਰ ਛਾਪ ਲਾਈ ਹੈ ਕਿ ਇਹ ਭਾਈ, ਜੇ ਤੂੰ ਇਸ ਮਾਇਆ ਜਾਲ ਤੋਂ ਉੱਪਰ ਉੱਠਣਾ ਚਾਹੁੰਦਾ ਹੈ ਤਾਂ ਕੀ ਕਰ, ਉਸ ਵਾਹਿਗੁਰੂ ਦੇ ਸਿਮਰਨ ਨੂੰ ਆਪਣੇ ਜੀਵਨ ਦਾ ਲਕਸ਼ ਬਣਾ। ਮਨ ਏਕੋ ਸਾਹਿਬ ਭਾਈ ਹੋ ਭਾਈ ਰੇ। ਇਹ ਮਨ, ਇਸ ਮਨ ਦਾ ਇੱਕੋ ਇੱਕ ਮਾਲਕ ਹੈ ਵਾਹਿਗੁਰੂ। ਮਨ ਜਦੋਂ ਮਾਇਆ ਦਾ ਗੁਲਾਮ ਬਣ ਗਿਆ, ਉਦੋਂ ਤਿੰਨਾਂ ਗੁਣਾਂ ਵਿੱਚ ਸਮਾ ਗਿਆ। ਮਨ ਜਦੋਂ ਉਸ ਵਾਹਿਗੁਰੂ ਦਾ ਗੁਲਾਮ ਬਣ ਜਾਏਗਾ, ਉਹਦਾ ਮਾਲਕ ਇੱਕੋ ਇੱਕ ਵਾਹਿਗੁਰੂ ਆਵੇਗਾ। ਜੇ ਨਹੀਂ ਤਾਂ ਤੇਰੇ ਤੀਨ ਗੁਣਾ ਸੰਸਾਰ ਸਮਾਵੈ। ਇਹਨਾਂ ਤਿੰਨਾਂ ਗੁਣਾਂ ਵਿੱਚ ਹੀ ਇਹ ਸਾਰਾ ਸੰਸਾਰ ਫਸਿਆ ਰਹੇਗਾ। ਅਲਖ ਨਾ ਲਖਣਾ ਜਾਈ ਰੇ। ਉਸ ਨੂੰ ਉਸ ਅਲਖ, ਉਹ ਵਾਹਿਗੁਰੂ ਜੋ ਲਖਿਆ ਨਹੀਂ ਜਾਂਦਾ, ਉਹਦੀ ਪਹਿਚਾਣ ਹੀ ਨਹੀਂ, ਕਿਉਂਕਿ ਉਹਦਾ ਜੀਵਨ ਤਾਂ ਸਾਰਾ ਹੀ
ਮਾਇਆ ਦੇ ਗੁਣਾਂ ਵਿੱਚ ਹੀ ਫਸਿਆ ਹੋਇਆ ਹੈ ਅਤੇ ਉਸ ਨੂੰ ਇਹ ਮਾਇਆ ਫਿਰ ਇਤਨੀ ਮਿੱਠੀ ਲੱਗਣ ਲੱਗ ਪੈਂਦੀ ਹੈ, ਜਿਵੇਂ ਖੰਡ ਮਿੱਠੀ ਹੁੰਦੀ ਹੈ, ਜਿਵੇਂ ਸ਼ੱਕਰ ਮਿੱਠੀ ਹੁੰਦੀ ਹੈ। ਸ਼ੱਕਰ, ਖੰਡ, ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਪਰ ਇਹਨਾਂ ਮਿੱਠੀਆਂ ਚੀਜ਼ਾਂ ਵਿੱਚ ਫਸਿਆ ਇਨਸਾਨ ਕਰਦਾ ਕੀ ਹੈ? ਸ਼ੱਕਰ, ਖੰਡ, ਮਾਇਆ, ਤਨ ਮੀਠੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਇਹ ਮਾਇਆ ਜਿਸ ਦੇ ਗੁਣਾਂ ਵਿੱਚ ਫਸਿਆ ਇਨਸਾਨ ਰੱਬ ਨੂੰ ਭੁੱਲ ਜਾਂਦਾ ਹੈ, ਇਹਨੂੰ ਮਿੱਠੀ ਲੱਗਦੀ ਹੈ। ਪਰ ਮੈਂ ਵੇਖਦਾ ਹਾਂ, ਹਮ ਤੋਂ ਪੰਡੂ ਚਾਹੀਦੇ, ਹਮ ਆਪਣੇ ਆਪ ਨੂੰ ਵਿੱਚ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਮੈਂ ਉਸ ਮਾਇਆ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ। ਅਤੇ ਇਹਦੇ ਨਾਲ ਹੋਇਆ ਕੀ? ਇਸ ਮਾਇਆ ਦੀ ਪੰਡ ਜਦੋਂ ਮੈਂ ਸਿਰ ਤੇ ਚੁੱਕ ਲਈ, ਰਾਤ ਹਨੇਰੀ ਸੂਝਸ ਨਾਹੀ, ਮੇਰੇ ਜੀਵਨ ਵਿੱਚ ਹਨੇਰਾ ਛਾ ਗਿਆ। ਇਸ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਲੱਜ ਟੂਕਸ ਮੂਸਾ ਭਾਈ ਰੇ, ਅਤੇ ਮੇਰੇ ਜੀਵਨ ਰੂਪੀ ਰਾਤ ਨੂੰ ਚੂਹਾ ਕੱਟੀ ਜਾ ਰਿਹਾ, जीवन बीत जाते हैं, सुबह होती है, शाम होती है, बस जिंदगी यूं ही तमाम होती है, जिंदगी बीत जाती है इस माया के प्रभाव थले ही, उसनों कभी भी वो वाहिगुरू चेते ही नहीं आता। पर इससे उल्ट ऐसे गुरमुख जन कोई विरले हैं विरले ना ही कणे फैल फकड़ संसार, जेड़े सो भर भरे ना होवे ऊने, जेड़े नका नक भरे ने, जिन्हां दे हिरदे विच परमात्मा दा वासा नका नक भरिया होया। ऐसे विरले जन सेवक ने सो भर भरे, ਜਿਹੜੇ ਚੰਗੀ ਤਰ੍ਹਾਂ ਭਰੇ ਹੋਏ, ਨਕੋ ਨਕ ਭਰੇ ਨੇ ਪਰਮਾਤਮਾ ਦੇ ਨਾਮ ਰਸ ਵਿੱਚ। ਸੋ ਭਰ ਭਰੇ ਨਾ ਹੋਵੇ ਊਣੇ, ਉਹ ਖਾਲੀ ਹੁੰਦੇ ਹੀ, ਉਹਨਾਂ ਦੇ ਹਿਰਦੇ ਵਿੱਚੋਂ ਨਾਮ ਰਸ ਦਾ ਖਜ਼ਾਨਾ ਕਦੀ ਮੁੱਕਦਾ ਹੀ ਨਹੀਂ। ਜੋਗ ਜੋ ਰਾਤੇ ਰੰਗ ਲਾਈ ਰੇ, ਪਰ ਕਿਹਨਾਂ ਦੇ? ਜਿਹੜੇ ਹਮੇਸ਼ਾ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ, ਜੋ ਹਮੇਸ਼ਾ ਆਪਣੇ ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ ਰੱਖਦੇ ਹਨ। ਇਨਕੀ ਪੰਕ ਹੋਵੇ ਜੇ ਨਾਨਕ, ऐसे गुरमुखों की मैं चरण धूड़ भी बन जावां। ये नानक आख कि मैं ऐसे गुरमुखों की जेड़े कभी भी अपने मन विचों परमात्मा नूं ਹੁਣ ਅਸੀਂ ਆਵਾਜ਼ ਤੁਹਾਡੀ ਬੰਦ ਹੋ ਗਈ।